गवर्नर ने मुख मंत्री मान नूं एक तरीके नाल जवाब दिता है ते सीधे तौर दे उत्ते कह दिता है कि 19 ਅਤੇ 20 जून नूं जब पिछले महीने इजलास सद्दिया गया सी ਉਹ कानून ਦੇ तहत नहीं सी। ਇਹ ਵੱਡੀ खबर है। इस समय चारे बिल कानून ते प्रक्रिया की उलंघना है। ਇਹ गवर्नर ਦੇ ਵੱਲੋਂ ਕਿਹਾ ਗਿਆ ਬਕਾਇਦਾ ਮੁੱਖ ਮੰਤਰੀ ਦੇ ਨਾਮ ਦੇ ਉੱਤੇ ਲਿਖੀ ਗਈ ਚਿੱਠੀ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਤੇ ਕਿਹਾ ਕਿ ਮੈਂ ਅਟਾਰਨੀ ਜਨਰਲ ਤੋਂ ਕਾਨੂੰਨੀ ਰਾਏ ਲਵਾਂਗਾ। दरअसल 19 ਅਤੇ 20 ਜੂਨ ਨੂੰ ਇਜਲਾਸ ਸੱਦਿਆ ਗਿਆ ਸੀ ਪੰਜਾਬ ਵਿਧਾਨ ਸਭਾ ਦਾ, ਜਿਸ ਦੇ ਵਿੱਚ 4 ਬਿੱਲ ਪਾਸ ਕੀਤੇ ਗਏ। ਉਸ ਦੇ ਵਿੱਚ ਗੁਰਦੁਆਰਾ ਸੋਧ ਬਿੱਲ 2023 ਵੀ ਸੀ, ਜਿਸ ਦੇ ਵਿੱਚ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਜਿਹੜਾ ਸੋਧ ਕੀਤੀ ਗਈ ਸੀ। ਇਸ ਦੇ ਨਾਲ ਹੀ 3 ਹੋਰ ਬਿੱਲ ਵੀ ਸੀ ਤੇ ਸਭ ਦੇ ਵਿਚਾਲੇ ਕਿਉਂਕਿ ਗਵਰਨਰ ਦੀ ਮਨਜ਼ੂਰੀ ਜ਼ਰੂਰੀ ਹੁੰਦੀ ਹੈ, ਮੁੱਖ ਮੰਤਰੀ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਉਸ ਮਨਜ਼ੂਰੀ ਨੂੰ ਲੈ ਕੇ ਤੇ ਇਸ ਵਿਚਾਲੇ ਹੁਣ ਗਵਰਨਰ ਦੇ ਵੱਲੋਂ ਚਿੱਠੀ ਲਿਖ ਕੇ ਬਕਾਇਦਾ ਜਵਾਬ ਮੁੱਖ ਮੰਤਰੀ ਪੰਜਾਬ ਨੂੰ ਦਿੱਤਾ ਗਿਆ ਤੇ ਜਿਸ ਦੇ ਵਿੱਚ ਜ਼ਿਕਰ ਇਹ ਕਰ ਦਿੱਤਾ ਗਿਆ ਕਿ 19 ਅਤੇ 20 ਜੂਨ ਨੂੰ ਜੋ ਇਜਲਾਸ ਸੱਦਿਆ ਗਿਆ ਸੀ ਉਹ ਕਾਨੂੰਨ ਦੇ ਤਹਿਤ ਨਹੀਂ ਸੀ। ਚਾਰੇ ਬਿੱਲ ਕਾਨੂੰਨ ਤੇ ਪ੍ਰਕਿਰਿਆ ਦੀ ਉਲੰਘਣ ਹੈ। ਇਹ ਵੀ ਕਹਿ ਦਿੱਤਾ ਗਿਆ ਇਸ ਚਿੱਠੀ ਦੇ ਜ਼ਰੀਏ 19 ਅਤੇ 20 ਜੂਨ ਦਾ ਇਜਲਾਸ ਕਾਨੂੰਨ ਦੇ ਤਹਿਤ ਨਹੀਂ ਸੀ। ਇਸ ਦਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਜੇਕਰ ਕਾਨੂੰਨ ਦੇ ਮੁਤਾਬਿਕ ਇਜਲਾਸ ਨਹੀਂ ਸੀ ਤਾਂ ਫਿਰ ਜਿਹੜਾ ਉਸਦੇ ਉੱਥੇ ਬਿਜ਼ਨਸ ਹੋਇਆ ਉਸ ਦੇ ਉੱਤੇ ਵੀ ਕੁਐਸਚਨ ਮਾਰਕ ਜ਼ਰੂਰ ਖੜਾ ਹੁੰਦਾ ਹੈ। मैं अटारनी जनरल तो भी राय लवांगा। बेसिकली इस पूरी चिट्ठी ਦੇ ਵਿੱਚ ਕੀ ਕੁਝ ਕਿਹਾ ਗਿਆ ਸੀ ਤੁਹਾਨੂੰ ਪੂਰਾ ਤਫਸੀਲ ਦੇ ਨਾਲ ਸਮਝਾਵਾਂਗੇ। 19 ਅਤੇ 20 ਜੂਨ ਨੂੰ ਪਿਛਲੇ ਮਹੀਨੇ ਇਜਲਾਸ ਸੱਦਿਆ ਗਿਆ ਸੀ ਪੰਜਾਬ ਵਿਧਾਨ ਸਭਾ ਦਾ। ਉੱਥੇ 4 ਬਿੱਲ ਪਾਸ ਕੀਤੇ ਗਏ। ਗੁਰਦੁਆਰਾ ਸੋਧ ਐਕਟ 2023 ਉਹਨਾਂ ਦੇ ਵਿੱਚੋਂ ਇੱਕ ਹੈ। ਖੈਰ ਉਸ ਦੇ ਉੱਤੇ ਇੱਕ ਪਾਸੇ ਸਿਆਸਤ ਹੋ ਰਹੀ ਸੀ। ਮੁੱਖ ਮੰਤਰੀ ਚਿੱਠੀ ਲਿਖਦੇ ਨੇ ਤੇ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਮਨਜ਼ੂਰੀ ਦਿਵੋ ਕਿਉਂਕਿ 23 ਜੂਨ ਮਾਫੀ ਚਾਹੂੰਗਾ 23 ਜੁਲਾਈ ਜਿਹੜਾ ਨਿੱਜੀ ਚੈਨਲ ਦੇ ਕੋਲ ਅਧਿਕਾਰ ਨੇ ਉਹ ਆਖਰੀ ਦਿਨ ਹੈ ਤੇ ਇਸ ਕਰਕੇ ਉਸ ਤੋਂ ਪਹਿਲਾਂ ਤੁਸੀਂ ਮਨਜ਼ੂਰੀ ਦਿਵੋ। ਤਾਂ ਹੁਣ ਉਸ ਚਿੱਠੀ ਦੇ ਜਵਾਬ ਦੇ ਵਿੱਚ ਜੋ ਬਨਵਾਰੀ ਲਾਲ ਪੁਰੋਹਿਤ ਪੰਜਾਬ ਦੇ ਗਵਰਨਰ ਨੇ ਉਹਨਾਂ ਦੇ ਵੱਲੋਂ ਇਹ ਜਵਾਬ ਦਿੱਤਾ ਗਿਆ ਤੇ ਕਿਹਾ ਕਿ 19 ਅਤੇ 20 ਜੂਨ ਨੂੰ ਜੋ ਇਜਲਾਸ ਸੱਦਿਆ ਗਿਆ ਸੀ ਉਹ ਕਾਨੂੰਨ ਦੇ ਤਹਿਤ ਨਹੀਂ ਸੀ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸ਼ੁਰੂਆਤੀ ਤੌਰ ਤੇ ਜਿਹੜੀ ਅਸੀਂ ਰਾਏ ਲਈ ਹੈ ਉਸ ਦੇ ਮੁਤਾਬਿਕ ਇਹ ਸਾਫ਼ ਹੈ ਕਿ ਜਿਹੜਾ 19 ਅਤੇ 20 ਤਰੀਕ ਨੂੰ ਇਜਲਾਸ ਸੱਦਿਆ ਗਿਆ ਉਹ ਕਾਨੂੰਨ ਦੇ ਮੁਤਾਬਿਕ ਨਹੀਂ ਸੀ ਤੇ ਉਸ ਤੋਂ ਬਾਅਦ ਮੈਂ ਅਟਾਰਨੀ ਜਨਰਲ ਆਫ ਇੰਡੀਆ ਤੋਂ ਵੀ ਇਸ ਮੁਤਲਕ ਰਾਏ ਲਵਾਂਗਾ ਕਿ ਆਖਿਰ ਇਹ ਕਾਨੂੰਨ ਦੇ ਮੁਤਾਬਿਕ ਇਜਲਾਸ ਸੱਦਿਆ ਗਿਆ ਜਾਂ ਫਿਰ ਨਹੀਂ। ਜੇ ਇਜਲਾਸ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ ਇਸ ਦਾ ਸਿੱਧਾ ਜਿਹਾ ਮਤਲਬ ਹੈ ਦੋ ਤਰੀਕੇ ਨਾਲ ਇਸ ਪੂਰੀ ਖਬਰ ਨੂੰ ਸਮਝਣ ਦੀ ਜ਼ਰੂਰਤ ਹੈ। ਪਹਿਲੀ ਕਿ ਜੇਕਰ ਰਾਜਪਾਲ ਦੇ ਵੱਲੋਂ ਇਹ ਸਵਾਲ ਚੁੱਕੇ ਜਾ ਰਹੇ ਨੇ ਕਿ ਜੋ ਇਜਲਾਸ ਸੱਦਿਆ ਗਿਆ ਉਹ ਕਾਨੂੰਨ ਦੇ ਮੁਤਾਬਿਕ ਨਹੀਂ ਸੀ ਤਾਂ ਇਸ ਦਾ ਸਿੱਧਾ ਜਿਹਾ ਮਤਲਬ ਹੋਏਗਾ ਕਿ ਜੋ ਵਿਧਾਨ ਸਭਾ ਦੇ ਅੰਦਰ ਕਾਰਵਾਈ ਹੋਈ, ਜੋ ਬਿਜ਼ਨਸ ਹੋਇਆ, ਜਿਹੜੇ ਬਿੱਲ ਪਾਸ ਕੀਤੇ ਗਏ ਉਹਨਾਂ ਦੇ ਉੱਤੇ ਵੀ ਫਿਰ ਕੁਐਸਚਨ ਮਾਰਕ ਆਉਂਦਾ ਹੈ ਕਿਉਂਕਿ ਪਹਿਲਾਂ ਕਾਨੂੰਨੀ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਯਾਨੀ ਕਿ ਲੀਗਲ ਤਾਂ ਪੂਰਾ ਪ੍ਰੋਸੈਸ ਹੋਵੇ। ਉਸ ਤੋਂ ਬਾਅਦ ਫਿਰ ਜਿਹੜੇ ਗਵਰਨਰ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਜਾਂ ਫਿਰ ਜਿਹੜੇ ਗਵਰਨਰ ਦੇ ਕੋਲ ਪਾਸ ਹੋਣ ਦੇ ਲਈ ਬਿੱਲ ਜਾਂਦੇ ਨੇ ਕਿਉਂਕਿ ਵਿਧਾਨ ਸਭਾ ਦੇ ਵਿੱਚ ਜਦੋਂ ਕੋਈ ਬਿੱਲ ਪਾਸ ਹੁੰਦਾ ਹੈ ਤਾਂ ਫਿਰ ਆਪਾਂ ਸਾਰੇ ਜਾਣਦੇ ਹਾਂ ਕਿ ਸੰਵਿਧਾਨ ਦੇ ਮੁਤਾਬਿਕ ਉਸ ਦੀ ਮਨਜ਼ੂਰੀ ਗਵਰਨਰ ਦੇ ਵੱਲੋਂ ਲਈ ਜਾਣੀ ਜ਼ਰੂਰੀ ਹੁੰਦੀ ਹੈ। ਜਿਵੇਂ ਹੁਣ 4 ਬਿੱਲ ਪਾਸ ਹੋਏ ਤਾਂ ਉਸ ਦੇ ਉੱਤੇ ਵੀ ਮਨਜ਼ੂਰੀ ਜ਼ਰੂਰੀ ਹੈ ਗਵਰਨਰ ਦੀ ਤੇ ਗਵਰਨਰ ਦੀ ਮਨਜ਼ੂਰੀ ਦੇ ਲਈ ਹੀ ਮੁੱਖ ਮੰਤਰੀ ਨੇ ਲਿਖਿਆ ਸੀ। ਹੁਣ ਗਵਰਨਰ ਕਹਿ ਰਹੇ ਨੇ ਤੇ ਉਹਨਾਂ ਨੇ ਬਕਾਇਦਾ ਚਿੱਠੀ ਦੇ ਵਿੱਚ ਜ਼ਿਕਰ ਕਰ ਦਿੱਤਾ ਕਿ ਤੁਸੀਂ ਕਿਸ ਦਾ ਜ਼ਿਕਰ ਕਰ ਰਹੇ ਹੋ। ਤੁਸੀਂ ਜ਼ਿਕਰ ਕਰ ਰਹੇ ਹੋ 4 ਬਿੱਲਾਂ ਦਾ, ਪਰ ਜਿਹੜਾ ਤੁਸੀਂ 19 ਜੂਨ ਅਤੇ 20 ਜੂਨ ਨੂੰ ਇਜਲਾਸ ਸੱਦਿਆ ਉਹੀ ਸਵਾਲਾਂ ਦੇ ਘੇਰੇ ਦੇ ਵਿੱਚ ਉਹੀ ਕਾਨੂੰਨ ਦੇ ਮੁਤਾਬਿਕ ਨਹੀਂ ਸੀ। ਜੇ ਉਹ ਕਾਨੂੰਨ ਦੇ ਮੁਤਾਬਿਕ ਨਹੀਂ ਸੀ ਤਾਂ ਫਿਰ ਜਿਹੜੇ 4 ਬਿੱਲ ਨੇ ਉਹਨਾਂ ਨੂੰ ਲੈ ਕੇ ਵੀ ਅੱਗੇ ਵਿਚਾਰ ਕੀਤਾ ਜਾਵੇਗਾ। ਇਹ ਜ਼ਿਕਰ ਆਪਣੀ ਚਿੱਠੀ ਦੇ ਵਿੱਚ ਕੀਤਾ ਗਿਆ ਹੈ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੇ ਵੱਲੋਂ ਤੇ ਉਹਨਾਂ ਨੇ ਕਿਹਾ ਕਿ ਇਹ ਬ੍ਰੀਚ ਆਫ ਲਾਅ ਹੈ ਜਿਸ ਤਰੀਕੇ ਨਾਲ ਸੈਸ਼ਨ ਸੱਦਿਆ ਗਿਆ ਸੀ। ਕਾਬਿਲੇ ਗੌਰ ਹੈ ਕਿ ਪਿਛਲੇ ਸਾਲ ਜਿਸ ਤਰੀਕੇ ਨਾਲ ਸੈਸ਼ਨ ਨੂੰ ਲੈ ਕੇ ਗਵਰਨਰ ਤੇ ਮੁੱਖ ਮੰਤਰੀ ਦੇ ਵਿਚਾਲੇ ਤਣਾਅ ਦਾ ਮਾਹੌਲ ਸੀ ਜਾਂ ਕਹੀਏ ਕਿ ਤਲਖੀ ਨਜ਼ਰ ਆ ਰਹੀ ਸੀ ਤੇ ਇੱਕ ਵਾਰ ਤਾਂ ਸੈਸ਼ਨ ਅੱਗੇ ਮੁਲਤਵੀ ਵੀ ਕਰਨਾ ਪੈ ਗਿਆ ਸੀ ਤੇ ਗਵਰਨਰ ਤੇ ਮੁੱਖ ਮੰਤਰੀ ਦੇ ਵਿਚਾਲੇ ਤਲਖੀ ਜ਼ਰੂਰ ਇੱਕ ਵਾਰ ਫਿਰ ਤੋਂ ਨਜ਼ਰ ਆ ਰਹੀ ਹੈ ਤਾਂ ਕਿ ਵਾਕਈ ਹੀ ਇਸ ਤਰੀਕੇ ਨਾਲ ਹੀ ਸੈਸ਼ਨ ਨੂੰ ਲੈ ਕੇ ਸਵਾਲ ਉੱਠਣਗੇ। ਤਾਂ ਜੇਕਰ ਸਵਾਲ ਚੁੱਕੇ ਗਏ ਨੇ ਤਾਂ ਇਸ ਦਾ ਮਤਲਬ ਇਹ ਵੀ ਕੱਢਿਆ ਜਾਵੇ ਕਿ ਫਿਲਹਾਲ ਤਾਂ ਗਵਰਨਰ ਦੀ ਮਨਜ਼ੂਰੀ ਇਹਨਾਂ ਬਿੱਲਾਂ ਨੂੰ ਲੈ ਕੇ ਨਹੀਂ ਮਿਲੇਗੀ। ਜੇਕਰ ਮਨਜ਼ੂਰੀ ਨਹੀਂ ਮਿਲੇਗੀ ਤਾਂ 23 ਤਰੀਕ ਤੱਕ ਤਾਂ ਜੇ ਬਿੱਲਾਂ ਨੂੰ ਮਨਜ਼ੂਰੀ ਨਹੀਂ ਮਿਲਦੀ ਤਾਂ ਫਿਰ 23 ਤਰੀਕ ਤੱਕ ਉਹ ਕਾਨੂੰਨ ਦੀ ਸ਼ਕਲ ਲੈਣਾ ਤੇ ਉਸ ਤੋਂ ਬਾਅਦ ਅੱਗੇ ਦਾ ਪੂਰਾ ਪ੍ਰੋਸੈਸ ਗੁਰਦੁਆਰਾ ਸੋਧ ਐਕਟ 2023 ਦਾ ਬਿੱਲ ਦਾ ਐਕਟ ਬਣਨਾ ਮੁਸ਼ਕਿਲ ਨਜ਼ਰ ਆ ਰਿਹਾ ਕਿਉਂਕਿ 23 ਤਰੀਕ ਵੀ ਜ਼ਿਆਦਾ ਦੂਰ ਨਹੀਂ ਹੈ। ਗਵਰਨਰ ਦੇ ਕੋਲ ਬਿੱਲ ਜਾਂਦੇ ਨੇ ਉਹਨਾਂ ਦੇ ਉੱਤੇ ਮੋਹਰ ਲੱਗਦੀ ਹੈ ਉਸ ਤੋਂ ਬਾਅਦ ਹੀ ਉਹ ਐਕਟ ਜਾਂ ਫਿਰ ਕਾਨੂੰਨ ਬਣਦਾ ਉਸ ਸਮੇਂ ਤੱਕ ਇਹ ਪੂਰਾ ਫਾਈਲਾਂ ਦੇ ਵਿੱਚ ਹੀ ਹੁੰਦਾ ਹੈ। ਤਾਂ ਗਵਰਨਰ ਨੇ ਜਿਹੜੀ ਚਿੱਠੀ ਲਿਖੀ ਉਸ ਦੇ ਵਿੱਚ ਉਹਨਾਂ ਨੇ ਬਕਾਇਦਾ ਜ਼ਿਕਰ ਕੀਤਾ ਹੈ ਕਿ ਜਿਹੜਾ ਪੰਜਾਬ ਦਾ ਸਪੈਸ਼ਲ ਵਿਧਾਨ ਸਭਾ ਸੈਸ਼ਨ ਵਾਜ਼ ਇਨ ਬ੍ਰੀਚ ਆਫ ਲਾਅ ਇਹ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੇ ਵੱਲੋਂ
ਕਿਹਾ ਗਿਆ ਹੈ। ਤਾਂ ਸਿੱਧਾ ਜਿਹਾ ਮਤਲਬ ਹੈ ਕਿ ਇੱਕ ਤਰੀਕੇ ਦੇ ਨਾਲ ਜ਼ਰੂਰ ਸਵਾਲ ਦਿੱਤੇ ਗਏ ਨੇ ਪੂਰੇ ਦੇ ਪੂਰੇ ਸੈਸ਼ਨ ਦੇ ਉੱਤੇ। 19 ਤੇ 20 ਤਰੀਕ ਦਾ ਜਿਹੜਾ ਸੈਸ਼ਨ ਸੀ ਸੱਦਿਆ ਗਿਆ ਸੀ ਉਸ ਦੇ ਉੱਤੇ ਹੀ ਸਵਾਲ ਚੁੱਕ ਦਿੱਤੇ ਗਏ ਨੇ। ਇਸ ਦਾ ਸਿੱਧਾ ਜਿਹਾ ਮਤਲਬ ਇਹ ਹੋਏਗਾ ਕਿ ਜਿਹੜੇ ਬਾਕੀ ਦੇ ਬਿੱਲ ਪਾਸ ਕਰ ਦਿੱਤੇ ਗਏ ਜਾਂ ਜਿਹੜੇ ਬਿੱਲ ਪਾਸ ਹੋ ਕੇ ਰਾਜਪਾਲ ਦੀ ਮਨਜ਼ੂਰੀ ਦੇ ਲਈ ਗਏ ਨੇ ਉਹਨਾਂ ਦੇ ਉੱਤੇ ਵੀ ਫਿਲਹਾਲ ਦੇ ਲਈ ਤਾਂ ਕੋਈ ਪਿਕਚਰ ਕਲੀਅਰ ਹੁੰਦੀ ਨਜ਼ਰ ਨਹੀਂ ਆ ਰਹੀ ਆ। ਮੈਂ ਸਿੱਧੇ ਸ਼ਬਦਾਂ ਦੇ ਵਿੱਚ ਕਹਾਂ ਕਿ ਇਸ ਸੈਸ਼ਨ ਦੇ ਉੱਤੇ ਸਵਾਲ ਚੁੱਕਣ ਦਾ ਮਤਲਬ ਇਹ ਹੋਏਗਾ ਕਿ ਜਿਹੜੇ 4 ਬਿੱਲ ਸੀ ਉਹ ਫਿਲਹਾਲ ਰਾਜਪਾਲ ਦੇ ਵੱਲੋਂ ਇੱਕ ਤਰੀਕੇ ਨਾਲ ਠੰਡੇ ਬਸਤੇ ਦੇ ਵਿੱਚ ਪਾ ਦਿੱਤੇ ਗਏ। ਹਰਜੀਤ ਗਰੇਵਾਲ ਇਸ ਸਮੇਂ ਸਾਡੇ ਨਾਲ ਬੀਜੇਪੀ ਦੇ ਸੀਨੀਅਰ ਆਗੂ ਨੇ ਜੁੜ ਰਹੇ ਨੇ। ਗਰੇਵਾਲ ਸਾਹਿਬ, ਲਾਜ਼ਮੀ ਤੌਰ ਤੇ ਸਵਾਲ ਉੱਠ ਰਹੇ ਨੇ, ਤੁਸੀਂ ਵੀ ਉਮੀਦ ਹੈ ਕਿ ਉਹ ਚਿੱਠੀ ਪੜ੍ਹੀ ਹੋਏਗੀ ਕਿ ਆਖਿਰ ਕੀ ਕੁਝ ਉਸ ਦੇ ਵਿੱਚ ਰਾਜਪਾਲ ਦੇ ਵੱਲੋਂ ਕਿਹਾ ਜਾ ਰਿਹਾ। ਤੁਹਾਡੀ ਫਸਟ ਸਟੇਟਮੈਂਟ ਇਸ ਪੂਰੀ ਇਸ ਸਮੇਂ ਜੋ ਬਿਆਨਬਾਜ਼ੀ ਹੋ ਰਹੀ ਹੈ ਉਸ ਨੂੰ ਲੈ ਕੇ। ਦੇਖੋ, ਗਵਰਨਰ ਸਾਹਿਬ ਜਿਹੜੇ ਆ ਉਹ ਸਟੇਟ ਦੇ ਸੰਵਿਧਾਨਕ ਪ੍ਰਮੁੱਖ ਨੇ ਔਰ ਉਹਨਾਂ ਦੇ ਨਾਲ ਇਸ ਤਰ੍ਹਾਂ ਦੀ ਗੱਲਬਾਤ ਕਰਨੀ, ਮੈਂ ਸਮਝਦਾ ਮੀਡੀਆ 'ਚ ਚਲੇ ਜਾਣਾ ਔਰ ਇਹ ਸਭ ਕਰਨਾ, ਇਹ ਇੱਕ ਤਰ੍ਹਾਂ ਨਾਲ ਹੰਕਾਰ ਹੈ ਇਸ ਸਰਕਾਰ ਦਾ, ਆਮ ਆਦਮੀ ਪਾਰਟੀ ਦਾ। ਇਹ ਨਹੀਂ ਹੋਣਾ ਚਾਹੀਦਾ ਔਰ ਉਹਨਾਂ ਨੂੰ ਉਹਨਾਂ ਨਾਲ ਮਿਲ ਬੈਠ ਕੇ ਗੱਲ ਕਰਨੀ ਚਾਹੀਦੀ ਆ। ਔਰ ਉਹ ਜੇ ਸਿੱਧਾ ਹੀ ਭਾਰਤ ਸਰਕਾਰ ਤੇ ਹਮਲਾ ਕਰ ਦਿੰਦੇ ਆ ਅਰੇ ਉਹ ਤਾਂ ਰਾਸ਼ਟਰਪਤੀ ਦੇ ਪ੍ਰਤੀਨਿਧੀ ਨੇ, ਇੱਥੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਆ ਸਟੇਟ ਦੇ ਵਿੱਚ, ਤੇ ਇਸ ਲਈ ਫਿਰ ਜੇ ਕੋਈ ਗੱਲ ਕਰਨੀ ਹੈ ਤਾਂ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਗੱਲ। ਤੇ ਇਸ ਤਰ੍ਹਾਂ ਸਟੇਟ ਸੈਂਟਰਲ ਗਵਰਨਮੈਂਟ ਤੇ ਸਵਾਲ ਉਠਾਉਣੇ ਮੈਂ ਸਮਝਦਾ ਬੜੀ ਮੰਦਭਾਗੀ ਗੱਲ ਆ। ਇਹ ਪੋਲੀਟੀਕਲ ਲੜਾਈ ਲੜ ਰਹੇ ਆ, ਨਾ ਕਿ ਕੋਈ ਸੰਵਿਧਾਨਿਕ ਕੋਈ ਗੱਲ ਹੈਗੀ ਇਹਦੇ 'ਚ। ਤੇ ਉਹਨਾਂ ਦਾ ਸਨਮਾਨ ਕਰਨਾ, ਸੰਵਿਧਾਨ ਦਾ ਸਨਮਾਨ ਕਰਨਾ ਤੇ ਲੋਕਤੰਤਰ, ਜੇ ਉਹਨਾਂ ਦੀ ਤੋਹੀਨ ਕਰਦੇ ਆ ਤਾਂ ਡੈਮੋਕ੍ਰੇਸੀ ਦੀ ਤੋਹੀਨ ਕਰਦੇ ਆ। ਤੇ ਅੱਛੀਆਂ ਪਿਰਤਾਂ ਪਾਉਣੀਆਂ ਚਾਹੀਦੀਆਂ ਲੋਕਤੰਤਰ 'ਚ, ਜੋ ਟ੍ਰੈਡੀਸ਼ਨਸ ਤੁਸੀਂ ਪਾ ਲਓ ਉਹਨਾਂ ਤੇ ਬੇਸ ਕਰਨਾ, ਠੀਕ ਹੈ ਜੀ। ਨਹੀਂ ਦੇਖੋ ਗਰੇਵਾਲ ਸਾਹਿਬ, ਪੂਰਾ ਪੁਆਇੰਟ ਜਿਹੜਾ ਚੁੱਕਿਆ ਜਾ ਰਿਹਾ ਹੈ ਕਿ ਸੈਸ਼ਨ ਜਿਹੜਾ ਸੱਦਿਆ ਗਿਆ, ਕਿਉਂਕਿ ਸੈਸ਼ਨ ਨੂੰ ਲੈ ਕੇ ਪਹਿਲਾਂ ਵੀ ਬਵਾਲ ਹੋਇਆ ਹੈ, ਤੁਸੀਂ ਬਖੂਬੀ ਸਮਝਦੇ ਹੋ ਕਿ ਸੈਸ਼ਨ ਨੂੰ ਲੈ ਕੇ ਹੀ, ਕਿਉਂਕਿ ਇਹ ਕਿਹਾ ਗਿਆ ਸਰਕਾਰ ਦੇ ਵੱਲੋਂ ਕਿ ਦੇਖੋ ਅਸੀਂ ਸੁਪਰੀਮ ਕੋਰਟ ਚਲੇ ਗਏ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ਸੈਸ਼ਨ ਸੱਦਣ ਦਾ ਅਧਿਕਾਰ ਹੈ ਸਰਕਾਰ ਨੂੰ, ਲੋਕਾਂ ਦੀ ਚੁਣੀ ਹੋਈ ਸਰਕਾਰ ਹੈ। ਤਾਂ ਹੁਣ ਤਾਂ ਸੈਸ਼ਨ ਦੇ ਉੱਤੇ ਉਹ ਸਵਾਲ ਚੁੱਕ ਰਹੇ ਨੇ। ਬਿੱਲ ਦੂਜੇ ਨੰਬਰ ਤੇ ਆਏਗਾ। ਉਹ ਪਹਿਲਾਂ ਕਹਿ ਰਹੇ ਨੇ ਕਿ ਜਿਹੜਾ ਤੁਸੀਂ ਸੈਸ਼ਨ ਸੱਦਿਆ 19 ਤੇ 20 ਤਰੀਕ ਦਾ, ਉਸ ਦੇ ਉੱਤੇ ਸਵਾਲ ਹੈ ਕਿ ਉਹ ਲੀਗਲ ਨਹੀਂ ਸੀ। ਬਿਲਕੁਲ, ਉਹ ਗਵਰਨਰ ਸਾਹਿਬ ਦੀ ਪਰਮਿਸ਼ਨ ਤੋਂ ਬਿਨਾਂ ਨਹੀਂ ਸੱਦ ਸਕਦੇ ਸੀ। ਉਹ ਤਾਂ ਇਹ ਜ਼ਬਰਦਸਤੀ ਕਰ ਰਹੇ ਆ ਔਰ ਇਹ ਤੋਹੀਨ ਕਰ ਰਹੇ ਆ ਸੰਵਿਧਾਨਿਕ ਪ੍ਰਮੁੱਖ ਦੀ, ਸਟੇਟ ਦੀ। ਔਰ ਇੱਕ ਤਰ੍ਹਾਂ ਨਾਲ ਸੰਵਿਧਾਨ ਦੀ ਤੋਹੀਨ ਆ ਕਿ ਉਸ ਨੂੰ ਨਹੀਂ ਮੰਨਦੇ। ਬਾਬਾ ਸਾਹਿਬ ਅੰਬੇਡਕਰ ਦੀ ਫੋਟੋ ਲਗਾ ਕੇ ਰੱਖਦੇ ਆ ਪਰ ਗਵਰਨਰ ਸਾਹਿਬ ਨੂੰ ਮੰਨਦੇ ਨਹੀਂ, ਜਿਹੜੇ ਉਹਨਾਂ ਨੇ ਹੀ ਇਹ ਸਾਰਾ ਜਿਹੜਾ ਹੈਗਾ ਇਹ ਬਣੇ ਨੇ ਰਾਸ਼ਟਰਪਤੀ, ਗਵਰਨਰ ਔਰ ਜਿੰਨੇ ਵੀ ਹੈਗੇ ਆ, ਇਹ ਸਭ ਉਸ ਸੰਵਿਧਾਨ ਦੇ ਮੁਤਾਬਕ ਹੀ ਹੈ ਜੀ, ਕਾਨੂੰਨ ਸੰਮਤ ਹੈ। ਤੇ ਕਾਨੂੰਨ ਦੀ ਤੇ ਸੰਵਿਧਾਨ ਦੀ ਤੋਹੀਨ ਆ ਉਹ, ਜੋ ਇਹਨਾਂ ਨੂੰ ਨਹੀਂ ਮੰਨਦਾ ਜੀ। ਚਲੋ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਗਰੇਵਾਲ ਸਾਹਿਬ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਜਿਸ ਤਰੀਕੇ ਦੀਆਂ ਟਿੱਪਣੀਆਂ ਆ ਰਹੀਆਂ ਨੇ ਕਿ ਕਾਨੂੰਨ ਦੇ ਮੁਤਾਬਿਕ ਹੀ ਗਵਰਨਰ ਸਾਹਿਬ ਸਭ ਕੁਝ ਕਰ ਰਹੇ ਨੇ, ਪਰ ਇਹ ਪੂਰਾ ਮਾਮਲਾ ਇਸ ਤੋਂ ਪਹਿਲਾਂ ਵੀ ਭਖਿਆ, ਖਾਸ ਤੌਰ ਤੇ ਕਿਉਂਕਿ ਮੈਂ ਵਾਰ-ਵਾਰ ਕਹਿ ਰਿਹਾ ਕਿ ਇਸ ਪੂਰੀ ਖਬਰ ਨੂੰ ਦੋ ਤਰੀਕੇ ਨਾਲ ਸਮਝਣ ਦੀ ਜ਼ਰੂਰਤ ਹੈ। ਇੱਕ ਹੈ ਬਿੱਲ, ਜਿਨ੍ਹਾਂ ਨੂੰ ਲੈ ਕੇ ਚਿੱਠੀ ਲਿਖੀ ਗਈ 15 ਤਰੀਕ ਨੂੰ ਮੁੱਖ ਮੰਤਰੀ ਦੇ ਵੱਲੋਂ ਕਿ ਬਿੱਲ ਪਾਸ ਕਰ ਦਿਓ ਰਾਜਪਾਲ ਸਾਹਿਬ, ਤਾਂ ਉਸ ਦੇ ਉੱਤੇ ਹੁਣ ਜਵਾਬ ਦਿੱਤਾ ਹੈ। ਪਰ ਬਿੱਲ ਦੇ ਉੱਤੇ ਗੱਲਬਾਤ ਕਰ ਰਹੇ ਨੇ ਰਾਜਪਾਲ, ਪਰ ਉਸ ਤੋਂ ਪਹਿਲਾਂ ਕਹਿ ਰਹੇ ਨੇ ਕਿ ਜਿਹੜਾ ਤੁਸੀਂ ਸੈਸ਼ਨ ਸੱਦਿਆ ਸੀ ਉਹ ਸੈਸ਼ਨ ਪੂਰੇ ਦੇ ਉੱਤੇ ਹੀ ਕੁਐਸਚਨ ਮਾਰਕ ਹੈ ਕਿ ਉਹ ਲੀਗਲ ਸੀ ਨਹੀਂ ਸੀ, ਕਾਨੂੰਨ ਦੇ ਮੁਤਾਬਿਕ ਸੀ ਨਹੀਂ ਸੀ, ਸੰਵਿਧਾਨ ਦੇ ਮੁਤਾਬਿਕ ਸੀ ਕਿ ਨਹੀਂ ਸੀ। ਤਾਂ ਇਹ ਸਾਰੀਆਂ ਗੱਲਾਂ ਦੋ ਤਰੀਕੇ ਨਾਲ ਸਾਹਮਣੇ ਨਜ਼ਰ ਆ ਰਹੀਆਂ ਹੈ ਕਿ ਜੇਕਰ ਸੈਸ਼ਨ ਦੇ ਉੱਤੇ ਹੀ ਸਵਾਲ ਚੁੱਕ ਦਿੱਤਾ ਕਿ ਸੈਸ਼ਨ ਲੀਗਲ ਨਹੀਂ ਸੀ ਜਾਂ ਸੰਵਿਧਾਨ ਦੇ ਮੁਤਾਬਿਕ ਨਹੀਂ ਸੀ, ਤਾਂ ਫਿਰ ਕੀ ਉਸ ਦੇ ਵਿੱਚ ਜਿਹੜਾ ਬਿਜ਼ਨਸ ਹੋਇਆ, ਜਿਹੜੇ ਬਿੱਲ ਪਾਸ ਕੀਤੇ ਗਏ ਕਿ ਉਹ ਕਾਨੂੰਨ ਦੀ ਸ਼ਕਲ ਲੈ ਸਕਦੇ ਨੇ ਜਾਂ ਨਹੀਂ, ਜੇ ਸੈਸ਼ਨ ਨੂੰ ਹੀ ਲੈ ਕੇ ਸਵਾਲ ਖੜੇ ਕਰ ਦਿੱਤੇ ਗਏ। ਤਾਂ ਇਸ ਕਰਕੇ ਪਹਿਲਾਂ 19 ਤੇ 20 ਤਰੀਕ ਦਾ ਜਿਹੜਾ ਸੈਸ਼ਨ ਹੈ ਜਿਸ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ, ਪੁਆਇੰਟ ਨੰਬਰ 1 ਉਹੀ ਹੈ। ਉਸ ਤੋਂ ਬਾਅਦ ਦੂਜਾ ਪੁਆਇੰਟ ਹੈ ਜਿਹੜਾ ਬਿੱਲ ਜਿਹੜੇ ਪਾਸ ਕੀਤੇ ਗਏ ਨੇ, 4 ਬਿੱਲ, ਜਿਨ੍ਹਾਂ ਦੇ ਵਿੱਚ ਇੱਕ ਗੁਰਦੁਆਰਾ ਸੋਧ ਐਕਟ ਸੋਧ ਬਿੱਲ 2023 ਵੀ ਸ਼ਾਮਲ ਸੀ, ਜਿਸ ਦੇ ਉੱਤੇ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਗੱਲਬਾਤ ਹੋ ਰਹੀ ਸੀ। ਤਾਂ ਉਸ ਦੇ ਉੱਤੇ ਦੂਜੇ ਨੰਬਰ ਦੇ ਉੱਤੇ ਲਾਜ਼ਮੀ ਤੌਰ ਤੇ ਤੁਸੀਂ ਕਹਿ ਸਕਦੇ ਹੋ ਕਿ ਗੱਲਬਾਤ ਹੋਏਗੀ ਜਾਂ ਫਿਰ ਗਵਰਨਰ ਦੇ ਵੱਲੋਂ ਕੋਈ ਬਿਆਨ ਦਿੱਤਾ ਜਾਏਗਾ। ਉਹਨਾਂ ਨੇ ਵੀ ਜ਼ਰੂਰ ਕਿਹਾ ਕਿ ਮੈਂ ਅਟਾਰਨੀ ਜਨਰਲ ਆਫ ਇੰਡੀਆ ਤੋਂ ਵੀ ਰਾਏ ਇਸ ਪੂਰੇ ਮੁੱਦੇ ਦੇ ਉੱਤੇ ਲਵਾਂਗਾ ਕਿ ਆਖਿਰ ਜੋ ਕੁਝ ਉੱਥੇ ਸੈਸ਼ਨ ਸੱਦਿਆ ਗਿਆ ਉਸ ਲੀਗਲ ਸੀ ਨਹੀਂ, ਜਾਂ ਫਿਰ ਉਸ ਦੇ ਵਿੱਚ ਜਿਹੜਾ ਬਿਜ਼ਨਸ ਹੋਇਆ ਉਹ ਕਾਨੂੰਨ ਦੇ ਪ੍ਰੋਸੀਜਰ ਦੇ ਮੁਤਾਬਿਕ ਸੀ ਜਾਂ ਨਹੀਂ ਸੀ। ਖੈਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਵੀ ਨਾਲ ਜੋੜ ਸਕੀਏ ਕਿ ਉਹਨਾਂ ਦਾ ਕੀ ਕੁਝ ਕਹਿਣਾ ਹੈ ਇਸ ਪੂਰੇ ਸੈਸ਼ਨ ਦੇ ਵਿਵਾਦ ਨੂੰ ਲੈ ਕੇ। ਤਾਂ ਗਵਰਨਰ ਨੇ ਜਿਹੜੀ ਚਿੱਠੀ ਲਿਖੀ ਹੈ ਤੇ ਉਸ ਦੇ ਵਿੱਚ ਉਹਨਾਂ ਨੇ ਜ਼ਿਕਰ ਸ਼ੁਰੂਆਤ ਇਸ ਤਰੀਕੇ ਨਾਲ ਹੀ ਕੀਤੀ ਹੈ ਕਿ 15 ਤਰੀਕ ਨੂੰ ਜਿਹੜੀ ਤੁਸੀਂ ਚਿੱਠੀ ਲਿਖੀ, ਔਰ ਗਵਰਨਰ ਨੇ ਇਹ ਵੀ ਆਪਣੀ ਚਿੱਠੀ ਦੇ ਵਿੱਚ ਉੱਤੇ ਹੀ ਜ਼ਿਕਰ ਕਰ ਦਿੱਤਾ ਕਿ ਉਹਨਾਂ ਨੇ ਲਿਖਿਆ ਕਿ ਯੂ ਆਰ ਕੰਸਰਨਡ ਵਿਦ ਸਰਟਨ ਐਕਸ਼ਨ ਆਫ ਅ ਪਾਰਟਿਕੂਲਰ ਪੋਲੀਟੀਕਲ ਫੈਮਿਲੀ। ਯਾਨੀ ਗਵਰਨਰ ਇਹ ਵੀ ਕਹਿੰਦੇ ਨਜ਼ਰ ਆਏ ਕਿ ਜੋ ਤੁਸੀਂ ਮੈਨੂੰ ਚਿੱਠੀ ਲਿਖੀ ਹੈ ਉਸ ਦੇ ਵਿੱਚ
ਤੁਸੀਂ ਇੱਕ ਜਿਹੜਾ ਸਿਆਸੀ ਪਰਿਵਾਰ ਹੈ ਪੰਜਾਬ ਦਾ, ਇੱਕ ਖਾਸ ਪਰਿਵਾਰ ਹੈ, ਵਿਸ਼ੇਸ਼ ਪਰਿਵਾਰ ਹੈ, ਉਸ ਦੇ ਉੱਤੇ ਐਕਸ਼ਨ ਲੈਣ ਦੇ ਲਈ ਸੋਚ ਰਹੇ ਹੋ ਤੇ ਉਹ ਵੀ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ। ਖੈਰ ਪੂਰਾ ਮਾਮਲਾ ਗੁਰਬਾਣੀ ਪ੍ਰਸਾਰਣ ਦੇ ਨਾਲ ਜੁੜਿਆ ਹੋਇਆ ਹੈ, ਕਿਉਂਕਿ ਗੁਰਬਾਣੀ ਪ੍ਰਸਾਰਣ ਇਸ ਸਮੇਂ ਜਿਹੜੇ ਰਾਈਟਸ ਨੇ, ਐਕਸਕਲੂਸਿਵ ਰਾਈਟਸ ਇੱਕ ਨਿੱਜੀ ਚੈਨਲ ਦੇ ਕੋਲ ਨੇ ਜੋ 23 ਤਰੀਕ ਨੂੰ ਖਤਮ ਹੋ ਰਹੇ ਨੇ, ਯਾਨੀ ਕਿ ਐਤਵਾਰ ਨੂੰ। ਹਾਲਾਂਕਿ 24 ਤਰੀਕ ਤੋਂ YouTube ਚੈਨਲ ਦੇ ਜ਼ਰੀਏ ਗੁਰਬਾਣੀ ਦਾ ਪ੍ਰਸਾਰਣ ਹੋਵੇਗਾ, SGPC ਕਲੀਅਰ ਕਰ ਚੁੱਕਿਆ ਹੈ। ਤੇ ਇਸ ਵਿਚਾਲੇ ਇੱਕ ਵਿਸ਼ੇਸ਼ ਇਜਲਾਸ ਸੱਦਿਆ ਗਿਆ ਸੀ ਲੰਘੇ ਮਹੀਨੇ 19 ਅਤੇ 20 ਜੂਨ ਨੂੰ। ਉੱਥੇ ਗੁਰਬਾਣੀ ਪ੍ਰਸਾਰਣ ਦਾ ਮੁੱਦਾ ਖੂਬ ਗੂੰਜਿਆ। ਸਰਕਾਰ, ਮੁੱਖ ਮੰਤਰੀ ਖਾਸ ਤੌਰ ਤੇ ਕਹਿ ਰਹੇ ਨੇ ਕਿ ਆਖਿਰ ਗੁਰਬਾਣੀ ਨੂੰ ਲੈ ਕੇ ਐਕਸਕਲੂਸਿਵ ਰਾਈਟਸ ਕਿਉਂ ਦਿੱਤੇ ਗਏ ਨੇ, ਤੇ ਉਹਨਾਂ ਨੇ ਇਹ ਸਾਫ਼ ਕਰ ਦਿੱਤਾ ਕਿ ਫ੍ਰੀ ਟੂ 에ਅਰ ਗੁਰਬਾਣੀ ਹੋਵੇ, ਇਸ ਕਰਕੇ ਅਸੀਂ ਸੋਧ ਕਰ ਰਹੇ ਹਾਂ ਤੇ ਉਹ ਬਿੱਲ ਲੈ ਕੇ ਆਏ ਹਾਂ, ਗੁਰਦੁਆਰਾ ਸੋਧ ਬਿੱਲ 2023। SGPC ਤੇ ਸਰਕਾਰ ਦੇ ਵਿਚਾਲੇ ਇਸ ਪੂਰੇ ਮੁੱਦੇ ਉੱਤੇ ਵਾਰ ਪਲਟਵਾਰ ਜਾਰੀ ਸੀ। SGPC ਤੇ ਅਕਾਲੀ ਦਲ ਦਾ ਇੱਕ ਵਫਦ ਜਾ ਕੇ ਗਵਰਨਰ ਨਾਲ ਵੀ ਮੁਲਾਕਾਤ ਇਸ ਮੁੱਦੇ ਉੱਤੇ ਕਰਕੇ ਆਇਆ ਸੀ। ਪਰ ਇਸ ਸਭ ਦੇ ਵਿਚਾਲੇ ਕਿਉਂਕਿ ਗਵਰਨਰ ਸਾਹਿਬ ਦੀ ਮਨਜ਼ੂਰੀ ਬਹੁਤ ਜ਼ਰੂਰੀ ਹੁੰਦੀ ਹੈ, ਕੋਈ ਵੀ ਜਦੋਂ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕੀਤਾ ਜਾਂਦਾ ਹੈ, ਤਾਂ ਹੁਣ 15 ਤਰੀਕ ਨੂੰ ਲੰਘੀ 15 ਤਰੀਕ ਨੂੰ CM ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਗਵਰਨਰ ਨੂੰ ਕਿ ਤੁਸੀਂ ਇਸ ਦੇ ਉੱਤੇ ਕਲੀਅਰ ਕਰੋ ਔਰ ਬਿੱਲ ਪਾਸ ਕਰ ਦਿਓ। ਤਾਂ ਗਵਰਨਰ ਨੇ ਉਸ ਚਿੱਠੀ ਦੇ ਰੈਫਰੈਂਸ ਤੇ ਹੀ ਹੁਣ ਜਵਾਬ ਮੁੱਖ ਮੰਤਰੀ ਨੂੰ ਦਿੱਤਾ ਹੈ ਤੇ ਉਸ ਜਵਾਬ ਦੇ ਵਿੱਚ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਜਿਹੜਾ ਤੁਸੀਂ ਸੈਸ਼ਨ ਸੱਦਿਆ ਗਿਆ ਸੀ ਪੰਜਾਬ ਵਿਧਾਨ ਸਭਾ ਦਾ, ਉਸ ਨੂੰ ਲੈ ਕੇ ਮੈਂ ਰਾਏ ਲੈ ਰਿਹਾ ਕਿ ਉਹ ਬ੍ਰੀਚ ਆਫ ਲਾਅ ਜਾਂ ਪ੍ਰੋਸੀਜਰ ਤਾਂ ਨਹੀਂ ਸੀ, ਸੰਵਿਧਾਨ ਦੇ ਮੁਤਾਬਿਕ ਸੀ ਕਿ ਨਹੀਂ ਸੀ। ਉਹਨਾਂ ਨੇ ਆਪਣੀ ਇਸ ਲੈਟਰ ਦੇ ਵਿੱਚ ਜ਼ਿਕਰ ਕੀਤਾ ਕਿ ਯੂ ਆਰ ਕਾਲਿੰਗ ਆਫ ਵਿਧਾਨ ਸਭਾ ਸੈਸ਼ਨ ਔਨ 19/6/2023 ਐਂਡ 20/6/2023 when these four bills were passed was in breach of law and procedure, thereby casting doubt on legitimacy and legality of those bills। ਇਹ ਜ਼ਿਕਰ ਉਹਨਾਂ ਨੇ ਆਪਣੀ ਲੈਟਰ ਦੇ ਵਿੱਚ ਕੀਤਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਅਟਾਰਨੀ ਜਨਰਲ ਤੋਂ ਇਸ ਪੂਰੇ ਮੁੱਦੇ ਉੱਤੇ, ਅਟਾਰਨੀ ਜਨਰਲ ਆਫ ਇੰਡੀਆ ਤੋਂ ਇਸ ਪੂਰੇ ਮੁੱਦੇ ਉੱਤੇ ਰਾਏ ਲਵਾਂਗਾ। ਸਾਡੇ ਨਾਲ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜੁੜ ਰਹੇ ਨੇ, ਅਰਸ਼ਦੀਪ ਕਲੇਰ ਜੀ। ਕਲੇਰ ਦਾ ਰੁਖ ਕਰਦੇ ਹਾਂ। ਕਲੇਰ ਸਾਹਿਬ, ਫਸਟ ਸਟੇਟਮੈਂਟ ਤੁਹਾਡੀ ਜੋ ਗਵਰਨਰ ਸਾਹਿਬ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਜਾਂ ਜਵਾਬ ਦਿੱਤਾ ਗਿਆ ਮੁੱਖ ਮੰਤਰੀ ਨੂੰ। ਗੌਰਵ ਜੀ ਦੇਖੋ, ਬੜੇ ਸਪਸ਼ਟ ਤੌਰ ਤੇ ਜੋ ਉਸ ਦਿਨ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਹੋਇਆ, ਉਹਨੇ ਹਰ ਇੱਕ ਕਾਨੂੰਨ ਨੂੰ ਤੇ ਨਾਨਕ ਨਾਮ ਲੈਣ ਦੀ ਭਾਵਨਾਵਾਂ ਨੂੰ ਛਿੱਕੇ ਦੇ ਉੱਤੇ ਟੰਗਿਆ। ਮੈਂ ਸਿੱਧਾ ਸਵਾਲ ਕਰਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ, ਐਕਟ ਮੇਰੇ ਸਾਹਮਣੇ ਪਿਆ ਜੀ, ਪੰਜਾਬ ਦੀ ਵਿਧਾਨ ਸਭਾ ਨੇ ਐਕਟ ਬਣਾਇਆ ਬ੍ਰੌਡਕਾਸਟਿੰਗ ਤੇ ਕੀ ਬ੍ਰੌਡਕਾਸਟਿੰਗ ਮੁੱਖ ਮੰਤਰੀ ਦਾ ਜਾਂ ਪੰਜਾਬ ਸਰਕਾਰ ਦਾ ਅਖਤਿਆਰ ਖੇਤਰ ਸੀਗਾ? ਨਹੀਂ ਸੀ, ਇਹ ਕੇਂਦਰ ਦਾ ਅਖਤਿਆਰ ਖੇਤਰ ਹੈ। ਸੋ ਆਪਾਂ ਗਲਤ ਤੇ ਗਲਤ ਕੰਮ ਕਰਦੇ ਜਾ ਰਹੇ ਹਾਂ। ਔਰ ਉਸ ਤੋਂ ਬਾਅਦ ਜਿਹੜਾ ਮਹਾਪਾਪ ਉਸ ਦਿਨ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਹੋਇਆ ਔਰ ਜਿਹੜਾ ਐਕਟ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਉਹਦੇ 'ਚ ਕੀਤਾ ਕੀ ਗਿਆ ਕਿ ਐਕਟ ਨੂੰ ਕਾਹਦੇ ਲਈ ਬਣਾ ਰਹੇ ਨੇ? ਹਰਮੰਦਰ ਸਾਹਿਬ ਦੇ ਉੱਤੇ ਐਕਟ ਬਣ ਰਿਹਾ ਕਿ ਜਿਹੜੀ ਹਰਮੰਦਰ ਸਾਹਿਬ ਤੋਂ ਗੁਰਬਾਣੀ ਆਉਂਦੀ ਹੈ ਉਹਨੂੰ ਜੁਰਿਸਡਿਕਸ਼ਨ ਦਿਖਾਈ ਜਾ ਰਹੀ ਹੈ ਪੰਜਾਬ ਦੀ। ਤਾਂ ਕੀ ਹੁਣ ਜਿਹੜਾ ਅਕਾਲ ਤਖਤ ਸਾਹਿਬ ਜਿਹੜਾ ਹਰਮੰਦਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਹੈ, ਕਿ ਉਹਦੀ ਜੁਰਿਸਡਿਕਸ਼ਨ ਹੁਣ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਤੈਅ ਕਰਨਗੇ? ਉਹ 6ਵੇਂ ਪਾਤਸ਼ਾਹ ਦੀ ਗੱਦੀ ਹੈ ਤੇ ਮੁੱਖ ਮੰਤਰੀ ਦੇ ਕੀ ਅਧਿਕਾਰ ਹੈ ਕਿ ਉਹਦੀ ਜੁਰਿਸਡਿਕਸ਼ਨ ਮੁੱਖ ਮੰਤਰੀ? ਠੀਕ ਹੈ, ਨਹੀਂ ਮੈਂ ਕਲੇਸ਼ ਸਾਹਿਬ ਵਿਚਾਲੇ ਤੁਹਾਨੂੰ ਰੋਕ ਰਿਹਾ। ਦੇਖੋ, ਦੋ ਚੀਜ਼ਾਂ ਨੇ। ਇੱਕ ਤਾਂ ਇਹ ਪੂਰਾ ਮਾਮਲਾ ਜੋ ਤੁਸੀਂ ਵੀ ਜ਼ਿਕਰ ਕਰ ਰਹੇ ਹੋ, ਗੁਰਦੁਆਰਾ ਸੋਧ ਬਿੱਲ ਜਿਹੜਾ ਸਰਕਾਰ ਲੈ ਕੇ ਆਈ 2023 ਵਿਧਾਨ ਸਭਾ ਦੇ ਵਿੱਚ, ਪਰ ਜੋ ਗਵਰਨਰ ਸਾਹਿਬ ਦੇ ਵੱਲੋਂ ਚਿੱਠੀ ਲਿਖੀ ਗਈ ਆ ਉਸ ਦੇ ਵਿੱਚ ਜਿਹੜੇ 4 ਬਿੱਲ ਨੇ ਉਹਨਾਂ ਦੇ ਨਾਲੋਂ ਜ਼ਿਆਦਾ ਫੋਕਸ 19 ਅਤੇ 20 ਜੂਨ ਨੂੰ ਸੱਦੇ ਗਏ ਸੈਸ਼ਨ ਦੇ ਉੱਤੇ ਹੈ। ਦੇਖੋ, ਇਹ ਪੂਰਾ ਮਾਮਲਾ ਤੁਸੀਂ ਵੀ ਜਾਣਦੇ ਹੋ ਕਿ ਸੁਪਰੀਮ ਕੋਰਟ ਵੀ ਪਹੁੰਚ ਗਿਆ ਸੀ ਜਦੋਂ ਇਜਾਜ਼ਤ ਨਹੀਂ ਦਿੱਤੀ ਗਈ ਸੀ ਗਵਰਨਰ ਦੇ ਵੱਲੋਂ ਸੈਸ਼ਨ ਸੱਦਣ ਦੀ। ਤਾਂ ਆਮ ਆਦਮੀ ਪਾਰਟੀ ਦਾ ਤਰਕ ਇਹ ਹੁੰਦਾ ਕਿ ਦੇਖੋ, ਸੰਤਾਂ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ, ਸੁਪਰੀਮ ਕੋਰਟ ਤੋਂ ਵੀ ਇਹ ਗੱਲ ਕਲੀਅਰ ਹੋ ਗਈ ਹੈ। ਤਾਂ ਜੇਕਰ ਸੈਸ਼ਨ ਸੱਦਣ ਨੂੰ ਲੈ ਕੇ ਸਵਾਲ ਹੈ, ਤੁਹਾਨੂੰ ਲੱਗਦਾ ਕਿ ਇੱਥੇ ਫਿਰ ਦੁਬਾਰਾ ਇਹ ਪੂਰਾ ਮਾਮਲਾ ਅਦਾਲਤਾਂ ਵਾਲਾ ਰੁਖ ਕਰਨ ਦੇ ਪਾਸੇ ਪਹੁੰਚ ਰਿਹਾ ਹੈ? ਗੌਰਵ ਜੀ, ਜਦੋਂ ਸੁਪਰੀਮ ਕੋਰਟ ਦੀ ਟਿੱਪਣੀ ਆਈ ਸੀ ਉਹਦੇ ਚ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਇਹ ਗੱਲ ਕਹੀ ਸੀ ਕਿ ਜੋ ਗਵਰਨਰ ਜਾਣਕਾਰੀ ਮੰਗਣਗੇ ਪੰਜਾਬ ਸਰਕਾਰ ਉਹ ਦੇਣ ਦੀ ਪਾਬੰਦ ਹੋਏਗੀ। ਪੰਜਾਬ ਸਰਕਾਰ ਤਾਂ ਆਪਣੇ ਹੱਥ ਆਪ ਵਢਾ ਕੇ ਆਈ ਹੈ, ਭਗਵੰਤ ਮਾਨ ਜੀ ਤਾਂ ਪੰਜਾਬ ਦੇ ਹੱਥ ਆਪ ਵਢਾ ਕੇ ਆਏ ਨੇ ਜਾ ਕੇ ਸੁਪਰੀਮ ਕੋਰਟ। ਤੇ ਜਦੋਂ ਗਵਰਨਰ ਸਾਹਿਬ ਨੇ ਸੈਸ਼ਨ ਦੀ ਜਾਣਕਾਰੀ ਮੰਗੀ, ਇਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਉਹ ਫਾਈਨੈਂਸ਼ੀਅਲ ਈਅਰ ਦਾ ਸੈਸ਼ਨ ਹੁੰਦਾ, ਜਿਹੜਾ ਬਜਟ ਸੈਸ਼ਨ ਹੁੰਦਾ, ਕਿਉਂਕਿ ਉਹ ਰੈਮਨੈਂਟ ਪਿਆ ਸੀ, ਅਸੀਂ ਉਹ ਦੁਬਾਰਾ ਸੈਸ਼ਨ ਲਾਉਣਾ ਹੈ। तो बिजनेस ਉਹੀ ਹੋ ਸਕਦਾ ਸੀ ਉਹਦੇ ਚ। ਅਸੀਂ ਹਮੇਸ਼ਾ ਤੋਂ ਕਿਹਾ ਕਿ ਬਿਜ਼ਨਸ ਉਹੀ ਹੋ ਸਕਦਾ ਸੀ ਜੋ ਬਜਟ ਸੈਸ਼ਨ ਸੀ। ਪਰ ਮੈਂ ਦੂਜੇ ਤੌਰ ਤੇ ਗੱਲ ਕਹਿਣਾ ਕਿ ਚਲੋ ਉਹ ਗਵਰਨਰ ਸਾਹਿਬ ਨੇ ਦੇਖਣਾ ਹੈ ਕਿ ਸੈਸ਼ਨ ਲੀਗਲ ਸੀ ਕਿ ਇਲੀਗਲ ਸੀ, ਪਰ ਉਹ ਸੈਸ਼ਨ ਦੇ ਵਿੱਚ ਜਿਹੜਾ ਬਿੱਲ ਲਿਆਂਦਾ ਗਿਆ ਉਹ ਸਰਾਸਰ ਇਲੀਗਲ ਸੀ। ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਬੜਾ ਸਪਸ਼ਟ ਹੈ
ਕਿ ਮੁੱਖ ਮੰਤਰੀ ਭਗਵੰਤ ਮਾਨ ਕੋਲੇ ਤੇ ਪੰਜਾਬ ਸਰਕਾਰ ਕੋਲੇ ਕੇਂਦਰੀ ਐਕਟ ਦੇ ਵਿੱਚ ਸੋਧ ਕਰਨ ਦਾ ਕੋਈ ਇਖਤਿਆਰ ਨਹੀਂ ਸੀ। ਇਹਨਾਂ ਨੇ ਟੋਟਲੀ ਇੱਕ ਇਲੀਗਲ ਕੰਮ ਕੀਤਾ ਤੇ ਹੁਣ ਇਹ ਗਵਰਨਰ ਸਾਹਿਬ ਤੇ ਆਪਣਾ ਇਲੀਗਲ ਕੰਮ ਪਾਉਣਾ ਚਾਹੁੰਦੇ ਨੇ ਔਰ ਗਵਰਨਰ ਸਾਹਿਬ ਇਹਨਾਂ ਨੂੰ ਜਵਾਬ ਦੇ ਰਹੇ ਨੇ। ਪਰ ਇਹ ਸਾਰੇ ਕਾਸੇ ਦੇ ਵਿੱਚ ਨੁਕਸਾਨ ਕਿਸ ਗੱਲ ਦਾ ਹੋ ਰਿਹਾ ਗੌਰਵ ਜੀ ਕਿ ਪੰਜਾਬ ਦੇ ਵਿੱਚ ਅੱਜ ਹੜ੍ਹਾਂ ਦੀ ਸਥਿਤੀ ਦੇ ਵਿੱਚ ਲੋਕ ਘਰੋਂ ਬੇਘਰ ਨੇ, ਉਹਨਾਂ ਦੀ ਕੋਈ ਗੱਲ ਨਹੀਂ ਕਰ ਰਿਹਾ। ਲੋਕਾਂ ਤੱਕ ਰੋਜ਼ਮर्रा ਦੀਆਂ ਚੀਜ਼ਾਂ ਨਹੀਂ ਪਹੁੰਚ ਰਹੀਆਂ, ਉਹਨਾਂ ਦੀ ਕੋਈ ਗੱਲ ਨਹੀਂ ਕਰ ਰਿਹਾ। ਮੁੱਖ ਮੰਤਰੀ ਗੰਦੀ ਤੇ ਸੌੜੀ ਸਿਆਸਤ ਦੇ ਵਿੱਚ ਰੁੱਝੇ ਹੋਏ ਨੇ ਤੇ ਪੰਜਾਬ ਘਰੋਂ ਬੇਘਰ ਹੋ ਕੇ ਰੋਂਦਾ ਕਰਲਾਉਂਦਾ ਫਿਰ ਰਿਹਾ। ਸ਼ੁਕਰੀਆ ਅਖਿਲੇਸ਼ ਜੀ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਅਕਾਲੀ ਦਲ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ। ਦਰਅਸਲ ਇਸ ਜਿਹੜਾ ਬਿੱਲ ਲਿਆਂਦਾ ਗਿਆ ਸੀ ਗੁਰਦੁਆਰਾ ਸੋਧ ਬਿੱਲ 2023, ਉਸ ਨੂੰ ਲੈ ਕੇ ਅਕਾਲੀ ਦਲ ਦੇ ਸਵਾਲ ਚੁੱਕੇ ਤੇ ਇਹਨਾਂ ਸਵਾਲਾਂ ਦੇ ਵਿਚਾਲੇ ਹੁਣ ਪੂਰਾ ਮਾਮਲਾ ਰਾਜਪਾਲ ਦੇ ਕੋਲ ਪਹੁੰਚ ਗਿਆ। ਜੋ ਆਪਾਂ ਪਹਿਲਾਂ ਵੀ ਜ਼ਿਕਰ ਕਰ ਰਹੇ ਹਾਂ ਕਿ ਬਹੁਤ ਕਲੀਅਰ ਹੁੰਦਾ ਹੈ ਕਿ ਜਦੋਂ ਵਿਧਾਨ ਸਭਾ ਦੇ ਵੱਲੋਂ ਕੋਈ ਬਿੱਲ ਪਾਸ ਕੀਤਾ ਜਾਂਦਾ ਤਾਂ ਫਿਰ ਉਹ ਰਾਜਪਾਲ ਦੇ ਕੋਲ ਮਨਜ਼ੂਰੀ ਦੇ ਲਈ ਜਾਂਦਾ ਹੈ ਤੇ ਉਹ ਜਦੋਂ ਤੱਕ ਮਨਜ਼ੂਰੀ ਨਹੀਂ ਮਿਲਦੀ ਉਹ ਬਿੱਲ ਐਕਟ ਨਹੀਂ ਬਣਦਾ ਤੇ ਐਕਟ ਬਣਨ ਦੇ ਲਈ ਰਾਜਪਾਲ ਦੀ ਮਨਜ਼ੂਰੀ ਜ਼ਰੂਰੀ ਹੈ। 15 ਤਰੀਕ ਨੂੰ ਮੁੱਖ ਮੰਤਰੀ ਇੱਕ ਲੈਟਰ ਲਿਖਦੇ ਨੇ ਰਾਜਪਾਲ ਨੂੰ, ਜਿਸ ਦੇ ਵਿੱਚ ਉਹ ਜ਼ਿਕਰ ਕਰਦੇ ਨੇ ਕਿ ਤੁਸੀਂ ਜਿਹੜੇ ਬਿੱਲ ਤੁਹਾਡੇ ਕੋਲ ਆਏ ਹੋਏ ਨੇ ਉਸ ਨੂੰ ਮਨਜ਼ੂਰੀ ਦੇ ਦਿਓ। ਤਾਂ ਉਸ ਦੇ ਉੱਤੇ ਹਾਲਾਂਕਿ ਉਸ ਦੇ ਵਿੱਚ ਜ਼ਿਕਰ ਇਹ ਵੀ ਕਰ ਦਿੱਤਾ ਗਿਆ ਸੀ, ਇਨਫੈਕਟ ਸੀਐਮ ਦਾ ਇੱਕ ਟਵੀਟ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਗੁਰਬਾਣੀ ਪ੍ਰਸਾਰਣ ਦੇ ਅਧਿਕਾਰਾਂ ਨੂੰ ਲੈ ਕੇ 23 ਤਰੀਕ ਲਾਸਟ ਡੇਟ ਹੈ, ਜਿਹੜੇ ਐਕਸਕਲੂਸਿਵ ਰਾਈਟਸ ਨੇ ਇੱਕ ਪ੍ਰਾਈਵੇਟ ਚੈਨਲ ਦੇ ਕੋਲ, ਤਾਂ ਉਹਨਾਂ ਦੇ ਕੋਲ ਵਾਪਸ ਨਹੀਂ ਜਾਣ ਦੇਵਾਂਗੇ। ਇਹ ਆਪਣੇ ਟਵੀਟ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ। ਖੈਰ ਹੁਣ ਸਵਾਲ ਇਹੀ ਆ ਕੇ ਜ਼ਰੂਰ ਖੜਾ ਹੋ ਰਿਹਾ ਕਿ ਇਹ ਗੱਲ ਹੁਣ ਸੈਸ਼ਨ ਤੱਕ ਸੀਮਿਤ ਹੋ ਗਈ ਜਾਂ ਫਿਰ ਖਾਸ ਤੌਰ ਤੇ ਗੁਰਦੁਆਰਾ ਸੋਧ ਬਿੱਲ ਤੱਕ ਗੱਲ ਪਹੁੰਚਦੀ ਹੈ, ਕਿਉਂਕਿ ਬਿੱਲ ਤਾਂ ਦੂਜੇ ਨੰਬਰ ਤੇ ਆ ਰਹੇ ਆ। ਪਹਿਲਾਂ ਇਹ ਕਿ ਜੇ ਸੈਸ਼ਨ ਬਿਲਕੁਲ ਲੀਗਲ ਹੋਏਗਾ, ਰਾਜਪਾਲ ਨੂੰ ਲੱਗੇਗਾ ਤੇ ਉਸ ਤੋਂ ਬਾਅਦ ਉਹ ਅਗਲੇ ਪਾਸੇ ਮਨਜ਼ੂਰੀ ਵਾਲੇ ਪਾਸੇ ਉਹਨਾਂ 4 ਬਿੱਲ ਦੇ ਮਨਜ਼ੂਰੀ ਵਾਲੇ ਪਾਸੇ ਜਾਣਗੇ। ਸੁਭਾਸ਼ ਸ਼ਰਮਾ ਜੀ ਸਾਡੇ ਨਾਲ ਜੁੜ ਰਹੇ ਨੇ, ਪੰਜਾਬ ਬੀਜੇਪੀ ਦੇ ਸੀਨੀਅਰ ਆਗੂ ਨੇ। ਸ਼ਰਮਾ ਜੀ ਸਵਾਗਤ ਹੈ ਤੁਹਾਡਾ। ਫਸਟ ਸਟੇਟਮੈਂਟ ਜੋ ਰਾਜਪਾਲ ਸਾਹਿਬ ਦੇ ਵੱਲੋਂ ਕਿਹਾ ਜਾ ਰਿਹਾ ਹੈ, ਵਾਰ-ਵਾਰ ਜ਼ਿਕਰ ਉਹੀ ਹੋ ਰਿਹਾ ਕਿ ਸੈਸ਼ਨ ਸੱਦਣ ਨੂੰ ਲੈ ਕੇ ਪੂਰਾ ਮਾਮਲਾ ਹੈ। ਸਰਕਾਰ ਕਹਿੰਦੀ ਹੈ ਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ, ਅਸੀਂ ਸੈਸ਼ਨ ਸੱਦ ਸਕਦੇ ਹਾਂ, ਅਸੀਂ ਸੈਸ਼ਨ ਸੱਦਿਆ ਸੀ। ਦੇਖੋ ਜਦੋਂ ਇਹ ਸੈਸ਼ਨ ਸੱਦਿਆ ਸੀ ਅਸੀਂ ਪ੍ਰੈਸ ਕਾਨਫਰੰਸ ਕਰਕੇ ਉਹਦੇ ਗੱਲ ਕਹੀ ਸੀ ਕਿ ਇਹ ਸੈਸ਼ਨ ਗੈਰ ਸੰਵਿਧਾਨਕ ਹੈ ਜੀ, ਗੈਰ ਕਾਨੂੰਨੀ ਹੈ, ਪੰਜਾਬ ਦੇ ਲੋਕਾਂ ਦੀ ਮਿਹਨਤ ਦੇ ਪੈਸੇ ਨੂੰ ਬਰਬਾਦ ਕਰਨ ਦਾ, ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਸਰਕਾਰ ਦਾ ਇੱਕ ਹੋਰ ਉਪਰਾਲਾ ਹੈ। ਇਸ ਤੋਂ ਪਹਿਲਾਂ ਵੀ ਜਿਹੜੇ ਵਿਸ਼ੇਸ਼ ਸਿਟਿੰਗ ਸਰਕਾਰ ਨੇ ਬੁਲਾਈਆਂ, ਚਾਹੇ ਉਹ ਪੰਜਾਬ ਯੂਨੀਵਰਸਿਟੀ ਦੇ ਮਸਲੇ ਤੇ ਬੁਲਾਈ ਸੀ, ਚਾਹੇ ਆਪਰੇਸ਼ਨ ਲੋਟਸ ਦੇ ਮਸਲੇ ਤੇ ਬੁਲਾਈ, ਦੋਨੋਂ ਮਾਮਲੇ ਫੁੱਸ ਨਿਕਲੇ। ਸਰਕਾਰ ਉਹਦੇ 'ਚ ਕੁਝ ਸਾਬਿਤ ਨਹੀਂ ਕਰ ਸਕੀ, ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ। ਔਰ ਇਹ ਸੈਸ਼ਨ ਜਿਹੜਾ ਬੁਲਾਇਆ ਇਹ ਵੀ ਇਸੇ ਪਰਪਸ ਨਾਲ ਬੁਲਾਇਆ ਜੀ। ਜਦੋਂ ਸੈਸ਼ਨ 'ਚ ਬਿੱਲ ਲੈ ਕੇ ਆਏ ਅਸੀਂ ਉਦੋਂ ਵੀ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਕਿ ਜਿਹੜੇ ਬਿੱਲ ਸਰਕਾਰ ਲੈ ਕੇ ਆਈ ਹੈ ਸਾਰੇ ਦੇ ਸਾਰੇ ਬਿੱਲ ਇਲੀਗਲ ਔਰ ਗੈਰ ਸੰਵਿਧਾਨਕ ਹੈ। ਕੋਈ ਵੀ ਸੈਂਟਰਲ ਐਕਟ ਨੂੰ ਤੁਸੀਂ ਸਟੇਟ ਕਿਵੇਂ ਅਮੈਂਡ ਕਰ ਸਕਦੇ ਹੋ ਵਿਧਾਨ ਸਭਾ 'ਚ? ਕੋਈ ਵੀ ਐਸਾ ਐਕਟ ਜਿਹੜਾ ਸੈਂਟਰਲ ਐਕਟ ਦੇ ਕਨਫਲਿਕਟ 'ਚ ਹੋਵੇ, ਚਾਹੇ ਉਹ ਪੁਲਿਸ ਸੋਧ ਬਿੱਲ ਲੈ ਕੇ ਆਏ, ਇਹ ਵੀ ਸੁਪਰੀਮ ਕੋਰਟ ਨੇ ਕਿਹਾ UPSC ਨੂੰ ਕਿ ਤੁਸੀਂ ਪੈਨਲ ਬਣਾਉਣਾ ਹੈ। ਤੁਸੀਂ ਪੰਜਾਬ ਦੀ ਵਿਧਾਨ ਸਭਾ 'ਚ ਬਿੱਲ ਲਿਆ ਕੇ ਤੁਸੀਂ UPSC ਨੂੰ ਔਰ ਸੁਪਰੀਮ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇ ਸਕਦੇ ਹੋ? ਦੇਸ਼ ਦੀ ਜਦੋਂ ਦਾ ਦੇਸ਼ ਆਜ਼ਾਦ ਹੋਇਆ ਸਾਰੇ ਹਿੰਦੁਸਤਾਨ 'ਚ ਚਾਂਸਲਰ ਜਿਹੜੇ ਨੇ ਉਹ ਗਵਰਨਰ ਨੇ। UGC ਦਾ ਐਕਟ ਜਿਹੜਾ ਪਾਰਲੀਮੈਂਟ ਨੇ ਬਣਾਇਆ ਉਹ ਕਹਿੰਦਾ ਕਿ ਗਵਰਨਰ ਚਾਂਸਲਰ ਹੋਏਗਾ। ਤੁਸੀਂ ਵਿਧਾਨ ਸਭਾ 'ਚ ਐਸਾ ਐਕਟ ਬਣਾ ਲੈਂਦੇ ਹੋ ਵੀ ਮੁੱਖ ਮੰਤਰੀ ਚਾਂਸਲਰ ਹੋਏਗਾ, ਕਦੀ ਟਿਕੇਗਾ? ਜਾਣ ਬੁੱਝ ਕੇ ਗੈਰ ਕਾਨੂੰਨੀ ਕੰਮ, ਜਾਣ ਬੁੱਝ ਕੇ ਐਸੇ ਕੰਮ ਜਿਹੜੇ ਲੋਕਾਂ ਨੂੰ ਭਰਮ 'ਚ ਪਾਉਣ ਵਾਲੇ ਹੋਣ, ਗੁੰਮਰਾਹ ਕਰਨ ਵਾਲੇ ਹੋਣ, ਚਾਹੇ ਉਹ SGPC ਨੂੰ ਅਮੈਂਡ ਕਰਨ ਦਾ SGPC ਸੈਂਟਰਲ ਜੀ। ਦੇਖੋ ਇੱਕ ਪੁਆਇੰਟ ਇਹ ਵੀ ਹੈ ਕਿ ਹੁਣ ਇਹ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਸਰਕਾਰ, ਕਿਉਂਕਿ ਇਸ ਤੋਂ ਪਹਿਲਾਂ ਵੀ ਸੁਪਰੀਮ ਕੋਰਟ ਦਾ ਰੁਖ ਤਾਂ ਕਰ ਚੁੱਕੀ ਹੈ, ਜਦੋਂ ਸੈਸ਼ਨ ਨਹੀਂ ਸੱਦਣ ਦਿੱਤਾ ਗਿਆ ਸੀ ਜਾਂ ਉਸ ਨੂੰ ਲੈ ਕੇ ਆਬਜੈਕਸ਼ਨ ਲਗਾਇਆ ਗਿਆ ਸੀ, ਤਾਂ ਇੱਕ ਵਾਰ ਦੁਬਾਰਾ ਸੁਪਰੀਮ ਕੋਰਟ ਜਾਂ ਅਦਾਲਤ ਦਾ ਰੁਖ ਹੋ ਸਕਦਾ ਹੈ, ਤਾਂ ਫਿਰ ਉਹੀ ਮਾਮਲਾ ਉਸ ਪਾਸੇ ਹੀ ਜਾਂਦਾ ਹੋਇਆ ਨਜ਼ਰ ਆ ਰਿਹਾ। ਉਹ ਤਾਂ ਦੇਖੋ ਸਰਕਾਰ ਦੀ ਇੱਛਾ ਹੈ, ਸਭ ਨੂੰ ਅਧਿਕਾਰ ਹੈ, ਲੇਕਿਨ ਸੁਪਰੀਮ ਕੋਰਟ ਜਦੋਂ ਸਰਕਾਰ ਗਈ ਤੇ ਮਾਨਯੋਗ ਸੁਪਰੀਮ ਕੋਰਟ ਨੇ ਕੀ ਕਿਹਾ ਜੀ? ਮਾਨਯੋਗ ਸੁਪਰੀਮ ਕੋਰਟ ਨੇ ਉਦੋਂ ਵੀ ਇਹ ਗੱਲ ਕਹੀ ਸੀ ਕਿ ਠੀਕ ਹੈ ਤੁਸੀਂ ਸੈਸ਼ਨ ਬੁਲਾ ਸਕਦੇ ਹੋ, ਲੇਕਿਨ ਨਾਲ ਇਹ ਵੀ ਕਿਹਾ ਸੀ ਕਿ ਰਾਜਪਾਲ ਸਾਹਿਬ ਦੇ ਸਵਾਲਾਂ ਦਾ ਜਵਾਬ ਦੇਣਾ ਤੁਹਾਨੂੰ ਮੈਂਡੇਟਰੀ ਹੈ, ਜ਼ਰੂਰੀ ਹੈ। ਹੁਣ ਦੱਸੋ ਉਹਦੇ ਬਾਅਦ ਇਹਨਾਂ ਨੇ ਗਵਰਨਰ ਸਾਹਿਬ ਦੀ ਕਿਹੜੀ ਚਿੱਠੀ ਦਾ ਜਵਾਬ ਦਿੱਤਾ? ਇਹਨਾਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਹਾਲੇ ਤੱਕ ਇਲੀਗਲ ਆਦਮੀ ਲਾ ਰੱਖਿਆ ਜਿੱਥੇ ਪ੍ਰੋਸੀਜਰ ਪੂਰਾ ਨਹੀਂ ਹੋਇਆ ਸੀ, ਗਵਰਨਰ ਸਾਹਿਬ ਦੀ ਕਿਹੜੀ ਚਿੱਠੀ ਦਾ ਜਵਾਬ ਨਹੀਂ ਦਿੰਦੇ। ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਣ ਲਈ ਕੀ ਸਿਲੈਕਸ਼ਨ ਕ੍ਰਾਈਟੇਰੀਆ ਗਵਰਨਰ ਸਾਹਿਬ ਨੇ ਪੁੱਛਿਆ, ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਇਹ ਜਾਣ ਸੁਪਰੀਮ ਕੋਰਟ ਜ਼ਰੂਰ ਜਾਣ। ਬਈ ਚੁਣੀ ਹੋਈ ਸਰਕਾਰ ਤੇ ਵੀ ਸੰਵਿਧਾਨ ਨੇ ਕੁਝ ਪਾਬੰਦੀਆਂ ਲਾਈਆਂ। ਚੁਣੀ ਹੋਈ ਸਰਕਾਰ ਨਿਰਕੁੰਚ ਨਹੀਂ ਹੋ ਸਕਦੀ। ਅਗਰ ਬਾਬਾ ਸਾਹਿਬ ਅੰਬੇਦਕਰ ਨੇ ਸੰਵਿਧਾਨ ਬਣਾਉਂਦੇ ਸਮੇਂ ਗਵਰਨਰ ਦੀ ਪੋਸਟ ਕ੍ਰੀਏਟ ਕੀਤੀ, ਗਵਰਨਰ ਦੀ ਪੋਸਟ ਬੀਜੇਪੀ ਨੇ ਤਾਂ ਬਣਾਈ ਨਹੀਂ, ਇਹ ਤਾਂ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ 'ਚ ਗਵਰਨਰ ਦੀ ਪੋਸਟ ਹੈ। ਔਰ ਜਿਹੜੀ ਗਵਰਨਰ ਦੀ ਪੋਸਟ ਕ੍ਰੀਏਟ ਕੀਤੀ, ਸੰਵਿਧਾਨ 'ਚ ਲਿਖਿਆ ਕਿ ਸੰਵਿਧਾਨਕ ਮੁਖੀ ਹੋਣਗੇ ਰਾਜ ਦੇ, ਇਹਨਾਂ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੋਏਗੀ ਇਹਨਾਂ ਨੂੰ ਜਵਾਬ ਦੇਣਾ। ਇਸ ਕਰਕੇ ਜੇ ਸਰਕਾਰ ਨੂੰ ਅਧਿਕਾਰ ਦਿੱਤੇ ਸੰਵਿਧਾਨ ਨੇ ਚੁਣੀ ਹੋਈ ਸਰਕਾਰ ਨੂੰ, ਤੇ ਸਰਕਾਰ ਨੂੰ ਜਵਾਬਦੇਹ ਵੀ ਬਣਾਇਆ। ਮੈਂ ਇੱਕ ਫਾਈਨਲ ਰਿਐਕਸ਼ਨ ਤੁਹਾਡਾ ਸਮਝਣਾ ਚਾਹ ਰਿਹਾ।
ਤੁਸੀਂ ਇਹ ਕਹਿ ਰਹੇ ਹੋ ਕਿ ਰਾਜਪਾਲ ਨੂੰ ਜਾਣਕਾਰੀ ਨਹੀਂ ਦਿੱਤੀ ਗਈ ਵੱਖ-ਵੱਖ ਇਸ਼ੂਜ਼ ਦੇ ਉੱਤੇ, ਇਨਫੈਕਟ ਇਸ ਸੈਸ਼ਨ ਨੂੰ ਲੈ ਕੇ ਵੀ, ਇਸ ਕਰਕੇ ਸੈਸ਼ਨ ਜੇ ਰਾਜਪਾਲ ਸਵਾਲ ਚੁੱਕ ਰਹੇ ਨੇ ਤਾਂ ਠੀਕ ਹੈ। नहीं राजपाल ਅਸੀਂ ਤਾਂ ਪਹਿਲੇ ਤਾਂ ਨਹੀਂ ਕਿਹਾ, ਰਾਜਪਾਲ ਸਾਹਿਬ ਨੇ ਜਿਹੜੀ ਚਿੱਠੀ ਲਿਖੀ ਆ, ਜਿਹੜੇ ਸਵਾਲ ਉਠਾਏ ਉਹ ਤਾਂ ਕਾਨੂੰਨੀ ਸਵਾਲ ਨੇ ਨਾ, ਉਹਨਾਂ ਨੇ ਕੋਈ ਆਪਣੀ ਮਰਜ਼ੀ ਨਾਲ ਤਾਂ ਕੀਤਾ ਨਹੀਂ ਹੈ। ਜਿਹੜੇ ਐਕਟ ਇਹਨਾਂ ਨੇ ਬਣਾਏ ਉਹਨਾਂ ਐਕਟ ਤੁਸੀਂ ਉਦੋਂ ਵੀ ਸਵਾਲ ਉਠਾਏ ਸੀ ਵੀ ਐਕਟ ਬਣ ਹੀ ਨਹੀਂ ਸਕਦੇ। ਇਸ ਕਰਕੇ ਇਹ ਕੋਈ ਵੀ ਚੀਜ਼ ਜਿਹੜੀ ਸਰਕਾਰ ਕਰ ਰਹੀ ਆ ਇਹ ਆਪਣੀ ਮਨਮਰਜ਼ੀ ਚਲਾਉਣਾ ਚਾਹੁੰਦੇ ਆ। ਇਹਨਾਂ ਨੂੰ ਲੱਗਦਾ ਕਿ ਸਾਡੇ ਕੋਲ ਬਿਊਟ ਮੈਜੋਰਿਟੀ ਆ, ਅਸੀਂ ਕੁਝ ਵੀ ਕਰ ਸਕਦੇ ਆ। ਸਾਡਾ ਦੇਸ਼ ਦਾ ਸੰਵਿਧਾਨ ਬੜਾ ਖੂਬਸੂਰਤ ਹੈ, ਉਹਨੇ ਵਿਵਸਥਾ ਕਰ ਰੱਖੀ ਹੈ ਕਿ ਕੋਈ ਫੁੱਲ ਐਡੀ ਵੱਡੀ ਮੈਜੋਰਿਟੀ ਦੀ ਸਰਕਾਰ ਵੀ ਆ ਜਾਏ ਤੇ ਉਹਨੂੰ ਵੀ ਬੰਦਿਸ਼ ਪਾ ਕੇ ਰੱਖਣੀ ਹੈ। ਉਹ ਵੀ ਕੋਈ ਲੋਕਾਂ ਦੇ ਖਿਲਾਫ ਕੰਮ ਨਾ ਕਰ ਸਕੇ, ਸੰਵਿਧਾਨ ਦੇ ਖਿਲਾਫ ਕੰਮ ਨਾ ਕਰ ਸਕੇ, ਉੱਤੇ ਵੀ ਉਹਨਾਂ ਨੇ ਰਾਈਡਰ ਲਾਏ ਹੋਏ ਆ। ਇਹ ਕਿਸੇ ਰਾਈਡਰ ਨੂੰ ਮੰਨਣ ਨੂੰ ਤਿਆਰ ਨਹੀਂ ਹੈ, ਕਿਸੇ ਬੰਦਿਸ਼ ਨੂੰ ਮੰਨਣ ਨੂੰ ਤਿਆਰ ਨਹੀਂ ਹੈ, ਦੇਸ਼ ਦੀ ਕਿਸੇ ਸੰਵਿਧਾਨਕ ਵਿਵਸਥਾ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਇਹ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਜ਼ਰੂਰ ਲਾਉਂਦੇ ਆ ਪਰ ਬਾਬਾ ਸਾਹਿਬ ਅੰਬੇਦਕਰ ਦੀ ਗੱਲ ਕੋਈ ਨਹੀਂ ਮੰਨਦੇ। ਇਸ ਕਰਕੇ ਇਹਨਾਂ ਨੂੰ ਮੇਰੀ ਬੇਨਤੀ ਆ ਕਿ ਦੇਸ਼ ਦੀਆਂ ਸੰਵਿਧਾਨਕ ਵਿਵਸਥਾਵਾਂ ਦੇ ਪ੍ਰਤੀ ਸਨਮਾਨ ਦਿਖਾਣ, ਦੇਸ਼ ਦੇ ਸੰਵਿਧਾਨ ਦੇ ਪ੍ਰਤੀ ਸਨਮਾਨ ਦਿਖਾਣ। ਉਹਦੇ ਜਿਹੜੇ ਗੈਰ ਕਾਨੂੰਨੀ ਕੰਮ, ਜਿਹੜੇ ਗੈਰ ਸੰਵਿਧਾਨਕ ਕੰਮ ਇਹ ਕਰੀ ਜਾਂਦੇ ਆ, ਐਸੇ ਐਕਟ ਬਣਾਈ ਜਾਂਦੇ ਆ, ਵਿਧਾਨ ਸਭਾ ਦੇ ਲਿਆ ਕੇ ਸੋਧ ਕਰੀ ਜਾਂਦੇ ਜਿਨ੍ਹਾਂ ਦਾ ਕੋਈ ਅਧਿਕਾਰ ਨਹੀਂ ਹੈਗਾ, ਉਸ ਤੋਂ ਇਹ ਬਾਜ਼ ਆਉਣ, ਗੁਰੇਜ਼ ਕਰਨ। ਕਿਉਂਕਿ ਬਹੁਤ ਵਾਰ ਮਾਨਯੋਗ ਸੁਪਰੀਮ ਕੋਰਟ ਇਸ ਗੱਲ ਨੂੰ ਕਲੀਅਰ ਕਰ ਚੁੱਕੀ ਹੈ ਕਿ ਪਾਰਲੀਮੈਂਟ ਦੇ ਐਕਟ ਨੂੰ ਕੰਟਰਾਡਿਕਟ ਕਰਨ ਵਾਲਾ ਅਸੈਂਬਲੀ ਚ ਐਕਟ ਨਹੀਂ ਬਣ ਸਕਦਾ। ਇਸ ਕਰਕੇ ਇਹ ਗੱਲ ਤੇ ਕਈ ਵਾਰੀ ਐਸਟੈਬਲਿਸ਼ ਹੋ ਚੁੱਕੀ ਹੈ, ਫੇਰ ਕਰੀ ਜਾਂਦੇ। ਚਲੋ ਸ਼ੁਕਰੀਆ ਸੁਭਾਸ਼ ਜੀ। ਜੀ ਉਦੋਂ ਹੀ कहती ਸੀ ਸੈਸ਼ਨ ਬੁਲਾਇਆ ਸੀ, ਪ੍ਰੈਸ ਕਾਨਫਰੰਸ ਕਰਕੇ कहती ਸੀ ਵੀ ਇਲੈਜੀਟੀਮੇਟ ਅਨਕਨਸਟੀਟਿਊਸ਼ਨਲ ਸੈਸ਼ਨ ਹੈ, ਅਸੀਂ ਇਹਦਾ ਪਾਰਟ ਨਹੀਂ ਬਣਾਂਗੇ ਔਰ ਅਸੀਂ ਉਹਦਾ ਪਾਰਟ ਨਹੀਂ ਬਣੇ। ਪਰ ਅੱਜ ਗਵਰਨਰ ਸਾਹਿਬ ਨੇ ਚਿੱਠੀ ਲਿਖੀ ਹੈ, ਸਾਡੀ ਉਸ ਤੇ ਗੱਲ ਨੂੰ ਗਵਰਨਰ ਸਾਹਿਬ ਨੇ ਕਾਨੂੰਨੀ ਰੂਪ ਨਾਲ ਸਾਰੀ ਰਾਏ ਲੈਣ ਤੋਂ ਬਾਅਦ ਸਹੀ ਪਾਇਆ ਕਿ ਬਈ ਵਾਕਈ ਇਹ ਜਿਹੜਾ ਸੈਸ਼ਨ ਸੀਗਾ ਗੈਰ ਸੰਵਿਧਾਨਕ। ਠੀਕ ਹੈ, ਚਲੋ ਸ਼ੁਕਰੀਆ ਸੁਭਾਸ਼ ਜੀ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਲਾਜ਼ਮੀ ਤੌਰ ਤੇ ਜਿਸ ਤਰੀਕੇ ਨਾਲ ਇਸ ਸਮੇਂ ਸਿਆਸਤ ਹੋ ਰਹੀ ਹੈ, ਮੈਂ ਵਾਰ-ਵਾਰ ਜ਼ਿਕਰ ਕਰ ਰਿਹਾ ਕਿ ਇਸ ਪੂਰੀ ਖਬਰ ਨੂੰ ਦੋ ਤਰੀਕੇ ਨਾਲ ਸਮਝਣਾ ਹੋਏਗਾ, ਦੋ ਪੜਾਅ ਨੇ। ਇਨਫੈਕਟ ਪਹਿਲੀ ਗੱਲ ਹੈ ਕਿ ਸੈਸ਼ਨ ਜਦੋਂ ਸੱਦਿਆ ਗਿਆ ਕਿ ਉਹ ਜਾਇਜ਼ ਸੀ, ਲੀਗਲ ਸੀ ਕਿ ਨਹੀਂ ਸੀ, ਜਿਸ ਦੇ ਉੱਤੇ ਰਾਜਪਾਲ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ। ਉਸ ਤੋਂ ਨੈਕਸਟ ਆਉਂਦਾ ਹੈ ਜਿਹੜੇ ਬਿੱਲ ਵੱਖ-ਵੱਖ 19 ਅਤੇ 20 ਜੂਨ ਨੂੰ ਸੱਦੇ ਗਏ ਸੈਸ਼ਨ ਦੇ ਵਿੱਚ ਪਾਸ ਕੀਤੇ ਗਏ ਸੀ। ਦਰਅਸਲ ਜਿਹੜੇ ਸੈਸ਼ਨ ਦੇ ਵਿੱਚ ਪਾਸ ਕੀਤੇ ਗਏ ਬਿੱਲ ਨੇ ਉਹਨਾਂ ਦੇ ਉੱਤੇ ਬਾਅਦ ਦੇ ਵਿੱਚ ਫੈਸਲਾ ਹੋਏਗਾ। ਪਹਿਲਾਂ ਰਾਜਪਾਲ ਇਹ ਕਹਿੰਦੇ ਆਪਣੀ ਚਿੱਠੀ ਦੇ ਵਿੱਚ ਨਜ਼ਰ ਆ ਰਹੇ ਨੇ ਕਿ ਮੈਂ ਇਸ ਦੇ ਉੱਤੇ ਗੌਰ ਕਰ ਰਿਹਾ ਕਿ 19 ਅਤੇ 20 ਤਰੀਕ ਨੂੰ ਜੋ ਸੈਸ਼ਨ ਸੱਦਿਆ ਗਿਆ ਸੀ ਕਿ ਉਹ ਕਾਨੂੰਨ ਦੇ ਮੁਤਾਬਿਕ ਸੀ, ਕਿ ਕੋਈ ਬ੍ਰੀਚ ਆਫ ਲਾਅ ਤਾਂ ਨਹੀਂ ਹੈ ਉਸ ਦੇ ਵਿੱਚ, ਉਸ ਦੇ ਉੱਤੇ ਉਹ ਫੋਕਸ ਕਰ ਰਹੇ ਨੇ। ਸਾਡੇ ਨਾਲ ਇਸ ਸਮੇਂ ਬਲਵਿੰਦਰ ਸਿੰਘ ਕੰਗ ਜੀ ਜੁੜ ਰਹੇ ਨੇ, ਆਮ ਆਦਮੀ ਪਾਰਟੀ ਦੇ ਚੀਫ ਸਪੋਕਸਪਰਸਨ ਨੇ। ਕੰਗ ਸਾਹਿਬ, ਫਸਟ ਸਟੇਟਮੈਂਟ ਤੁਹਾਡੀ, ਤੁਸੀਂ ਉਮੀਦ ਹੈ ਚਿੱਠੀ ਪੜ੍ਹੀ ਹੋਏਗੀ ਜੋ ਜਵਾਬ ਦਿੱਤਾ ਗਿਆ ਮੁੱਖ ਮੰਤਰੀ ਨੂੰ ਰਾਜਪਾਲ ਦੇ ਵੱਲੋਂ। ਦੇਖੋ, ਆਲਰੇਡੀ ਸਾਨੂੰ ਇਸ ਗੱਲ ਦਾ ਪਤਾ ਹੈ ਕਿ ਜਿਹੜੇ ਗਵਰਨਰ ਹੈ ਇਸ ਟਾਈਮ, ਚਾਹੇ ਉਹ ਲੈਫਟੀਨੈਂਟ ਗਵਰਨਰ ਹੈ ਚਾਹੇ ਗਵਰਨਰ ਹੈ, ਉਹ ਲਗਾਤਾਰ ਚੁਣੀਆਂ ਹੋਈਆਂ ਸਰਕਾਰਾਂ ਨੂੰ ਉਹਨਾਂ ਦੇ ਕੰਮ 'ਚ ਦਖਲਅੰਦਾਜ਼ੀ ਔਰ ਨੀਚਾ ਦਿਖਾਉਣ ਦੀ ਕੋਸ਼ਿਸ਼ਾਂ ਕਰ ਰਹੀਆਂ। ਉਹੀ ਕੰਮ ਪੰਜਾਬ ਦੇ ਗਵਰਨਰ ਸਾਹਿਬ ਕਰ ਰਹੇ ਆ। ਇੱਕ ਤੇ ਇਹਨਾਂ ਨੂੰ ਇਹ ਲੱਗਦਾ ਹੈ ਵੀ ਸਾਰੇ ਕਾਨੂੰਨ ਦਾ ਇਹਨਾਂ ਨੂੰ ਹੀ ਪਤਾ ਹੈ, ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਨੂੰ ਤਾਂ ਕੁਝ ਪਤਾ ਨਹੀਂ। ਸੋ ਗਵਰਨਰ ਸਾਹਿਬ ਦਾ ਜਿਹੜਾ ਏਜੰਡਾ ਹੈ ਉਹ ਤੇ ਸਿਰਫ ਇੱਕ ਪਾਰਟੀਕੂਲਰ ਭਾਜਪਾ ਦੇ ਕੰਮ ਨੂੰ ਅੱਗੇ ਵਧਾਉਣਾ ਹੈ। ਉਹ ਆਪਣੀ ਮਹਾ ਮਹਿਮ ਵਾਲੀ ਜਿਹੜੀ ਉਹਨਾਂ ਦੀ ਇੱਕ ਗਰਿਮਾ ਆ ਉਹਨੂੰ ਵੀ ਢਾਹ ਲਾ ਰਹੇ ਆ ਔਰ ਅਨਨੈਸੈਸਰੀ ਜਿਹਨੂੰ ਕਹਿ ਸਕਦੇ ਹੋ ਤੁਸੀਂ, ਇਹ ਹਾਰਡਲਸ ਕ੍ਰੀਏਟ ਕਰ ਰਹੇ ਆ। ਪੰਜਾਬ ਸਰਕਾਰ ਨੇ ਜਿਹੜਾ ਪਿਛਲੇ ਦਿਨਾਂ 'ਚ ਸੈਸ਼ਨ ਸੱਦਿਆ ਸੀ, ਰੂਲ ਆਫ ਲਾਅ ਦੇ ਅਕੋਰਡਿੰਗ ਟੂ ਜਿਹੜਾ ਲਾਅ ਹੈ ਉਹਦੇ ਹਿਸਾਬ ਨਾਲ ਸੱਦਿਆ ਸੀ, ਉਹਦੇ 'ਚ ਕੋਈ ਵਾਇਲੇਸ਼ਨ ਨਹੀਂ ਹੈ। ਗਵਰਨਰ ਸਾਹਿਬ ਖਾਮ-ਖਾਂ ਇਹਦੇ 'ਚ ਇੱਕ ਪੋਲਿਟਿਕਸ ਕਰਨਾ ਚਾਹੁੰਦੇ ਆ ਔਰ ਪੰਜਾਬ ਸਰਕਾਰ ਨੂੰ ਬਦਨਾਮ ਕਰਨਾ। ਕਿਉਂਕਿ ਬਿੱਲ ਤੇ ਕੰਗ ਸਾਹਿਬ ਸੈਕਿੰਡ ਸਟੈਪ ਨੇ, ਬਿੱਲ ਤੇ ਇਸ ਲਈ ਰੁਕੇ ਨੇ ਕਿ ਉਹ ਕਹਿ ਰਹੇ ਆ ਕਿ ਪਹਿਲਾਂ ਮੈਂ ਇਹਦੀ ਜਿਹੜੀ ਅਥੈਂਟਿਸਿਟੀ ਹੈ ਉਹ ਚੈੱਕ ਕਰਨੀ ਹੈ ਕਿ ਸੈਸ਼ਨ ਜਿਹੜਾ ਹੈ ਉਹ ਨਿਯਮਾਂ ਦੇ ਮੁਤਾਬਕ ਜਾਂ ਕਾਨੂੰਨ ਦੇ ਮੁਤਾਬਕ ਸੀ ਕਿ ਨਹੀਂ। ਬਿੱਲ ਤੇ ਫਿਰ ਬਾਅਦ ਚ ਆਉਂਦੇ ਆ, ਜੇ ਸੈਸ਼ਨ ਹੀ ਕਾਨੂੰਨ ਦੇ ਮੁਤਾਬਕ ਨਹੀਂ ਸੀ ਤਾਂ ਫਿਰ ਉਸ ਚ ਪਾਸ ਕੀਤੇ ਬਿੱਲ ਆਪਣੇ ਆਪ ਹੀ ਰੁਕ ਜਾਂਦੇ ਆ। ਇਹ ਗੱਲ ਕਹੀ ਜਾ ਰਹੀ ਹੈ ਗਵਰਨਰ ਹਾਊਸ ਵੱਲ ਜੀ। ਨਹੀਂ, ਉਹ ਤੇ ਗਵਰਨਰ ਸਾਹਿਬ ਦੀ ਇੰਟੈਂਸ਼ਨ, ਬਰਾੜ ਸਾਹਿਬ ਆਪਾਂ ਨੂੰ ਪਤਾ ਹੀ ਹੈ, ਜਦੋਂ ਸ਼ੁਰੂਆਤੀ ਸਟੇਜ ਤੇ ਹੀ ਉਹਨਾਂ ਨੇ ਕਹਿਤਾ ਸੀ ਮੈਂ ਤੇ ਜਿਹੜਾ ਸੈਸ਼ਨ ਬੁਲਾਇਆ, ਮਤਲਬ ਉਹਨਾਂ ਦੀ ਜੋ ਇੰਟੈਂਸ਼ਨ ਹੈ ਫਰੋਮ ਦਾ ਫਰਸਟ ਡੇ ਉਹ ਇਹ ਹੀ ਆ ਕਿ ਕਿਸ ਤਰੀਕੇ ਨਾਲ ਲੋਕਾਂ ਦੀ ਚੁਣੀ ਹੋਈ ਸਰਕਾਰ ਨੂੰ ਜਿਹੜਾ ਆ ਉਹ 'ਚ ਦਖਲਅੰਦਾਜ਼ੀ ਕਰਨੀ ਆ, ਇੰਟਰਫੇਰੈਂਸ ਕਰਨੀ ਹੈ ਔਰ ਕਿਤੇ ਨਾ ਕਿਤੇ ਜਿਹੜਾ ਆਮ ਆਦਮੀ ਪਾਰਟੀ ਜਿਹੜੀ ਗਵਰਨੈਂਸ ਨੂੰ ਲੈ ਕੇ ਅੱਗੇ ਵਧ ਰਹੀ ਲਗਾਤਾਰ, ਉਹਨੂੰ ਡਾਇਵਰਟ ਕਰਨਾ ਚਾਹੁੰਦੇ ਆ ਧਿਆਨ। ਉਹ ਖਾਮ-ਖਾਂ ਦੇ ਮਸਲਿਆਂ 'ਚ ਉਲਝਾਉਣਾ ਚਾਹੁੰਦੇ ਆ ਗਵਰਨਰ ਸਾਹਿਬ, ਕਿਉਂਕਿ ਸੈਂਟਰ ਦੀ ਭਾਜਪਾ ਜਿਨ੍ਹਾਂ ਨੇ ਇਹਨਾਂ ਨੂੰ ਲਾਇਆ ਹੈ ਉਹ ਭਾਜਪਾ ਇਹ ਚਾਹੁੰਦੀ ਆ ਵੀ ਤੁਸੀਂ ਗਵਰਨੈਂਸ ਤੇ ਅੱਗੇ ਨਾ ਵਧਣ ਦਿਓ, ਪੰਜਾਬ
ਚਾਹੇ ਉਹ ਕਰਪਸ਼ਨ ਹੈ, ਚਾਹੇ ਨੌਕਰੀਆਂ ਹੈ, ਚਾਹੇ ਮਾਫੀਆ ਹੈ, ਉੱਤੇ ਮਾਨ ਸਾਹਿਬ ਨੂੰ ਖਤਮ ਕਰਕੇ ਅੱਗੇ ਵਧ ਰਿਹਾ। ਔਰ ਇਸ ਟਾਈਮ ਤੇ ਖਾਸ ਕਰ ਜਿਹੜੀ ਸਾਡੀ ਕਿਸਾਨੀ ਆ ਜਿਹਨੂੰ ਲਗਾਤਾਰ ਅੱਗੇ ਵਧਾਉਣਾ ਚਾਹੁੰਦੇ ਹੋ, ਉਹ ਇਸ ਟਾਈਮ ਜਿਸ ਤਰੀਕੇ ਨਾਲ ਪਾਣੀ ਦਾ ਬਾੜ ਦਾ ਖਤਰਾ ਬਣਿਆ ਹੈ, ਸਰਕਾਰ ਖਤਰੇ ਚੋਂ ਲੋਕਾਂ ਨੂੰ ਕੱਢ ਰਹੀ, ਲਗਾਤਾਰ ਦਿਨ ਰਾਤ ਕੰਮ ਕਰ ਰਹੀ ਹੈ। ਗਵਰਨਰ ਸਾਹਿਬ ਚੰਗਾ ਹੁੰਦਾ ਬਜਾਏ ਇਹਦੇ 'ਚ એનર્ਜੀ ਲਾਉਣ ਦੇ ਸੈਂਟਰ ਨੂੰ, ਜਿਨ੍ਹਾਂ ਨੇ ਇਹਨਾਂ ਨੂੰ ਲਾਇਆ ਉਹਨਾਂ ਨੂੰ ਕਹਿੰਦੇ ਪੰਜਾਬ ਨੂੰ ਕੋਈ ਪੈਕੇਜ ਦਿਓ, ਉਹਦੇ ਬਾਰੇ ਤੇ ਬੋਲਦੇ ਨਹੀਂ। ਇਹ ਸਿਰਫ ਤੇ ਸਿਰਫ ਭਾਜਪਾ ਚਾਹੁੰਦੀ ਹੈ ਵੀ ਪੰਜਾਬ ਸਰਕਾਰ ਸਮੂਥਲੀ ਕੰਮ ਨਾ ਕਰੇ। ਉਹਦੀ ਇੰਟੈਂਸ਼ਨ ਜਿਹੜੀ ਆ ਗਵਰਨੈਂਸ ਦੇ ਮਾਡਲ ਤੋਂ ਅਨਸੈਸਰੀ ਜਿਹੜੇ ਇਸ਼ੂਜ਼ ਹੈ ਉਹਨਾਂ ਤੇ ਡਾਇਵਰਟ ਕਰਕੇ ਕੰਮ ਸਰਕਾਰ ਦੀ ਕੰਮਾਂ-ਕਾਰਾਂ ਨੂੰ ਪ੍ਰਭਾਵਿਤ ਕੀਤਾ ਜਾਵੇ। ਗਵਰਨੈਂਸ ਉਸ ਏਜੰਡੇ ਤੇ ਕੰਮ ਕਰ ਰਹੀ ਹੈ। ਅੱਛਾ, ਗਵਰਨਰ ਦੀ ਪੋਸਟ ਜਿਵੇਂ ਇੱਕ ਸੰਵਿਧਾਨਿਕ ਪੋਸਟ ਹੈ, ਹਰ ਸਟੇਟ ਦੇ ਵਿੱਚ ਹੈ ਕੰਗ ਸਾਹਿਬ, ਪਰ ਇਸ ਪੋਸਟ ਦੇ ਨਾਲ ਐਸੀ ਟਸਲ ਚਾਹੇ ਕਿਸੇ ਵੀ ਰੂਪ ਦੇ ਵਿੱਚ ਹੋਵੇ, ਉਸ ਦੀ ਵਜ੍ਹਾ ਕੋਈ ਵੀ ਹੋਵੇ, ਉਸ ਦੇ ਲਈ ਕੋਈ ਵੀ ਜ਼ਿੰਮੇਵਾਰ ਹੋਵੇ, ਪਰ ਕੀ ਤੁਹਾਨੂੰ ਲੱਗਦਾ ਕਿ ਜੇ ਐਸੀ ਟਸਲ ਚੱਲਦੀ ਹੈ ਤਾਂ ਫਿਰ ਉਹ ਤਾਂ ਸਟੇਟ ਦੇ ਸਾਰੇ ਕੰਮਕਾਰ ਹਰ ਚੀਜ਼ ਬਹੁਤ ਪ੍ਰਭਾਵਿਤ ਹੋਏਗੀ ਔਰ ਉਹਦੇ ਵਿੱਚ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਸ ਮਸਲੇ ਨੂੰ ਸੌਟ ਆਊਟ ਕੀਤਾ ਜਾਵੇ? ਕੀ ਸਰਕਾਰ ਕੋਸ਼ਿਸ਼ ਨਹੀਂ ਕਰ ਸਕਦੀ? ਹੋ ਹੀ ਰਿਹਾ ਨਾ ਭਾਈ ਬਰਾੜ ਸਾਹਿਬ, ਅਸੀਂ ਤੇ ਕਹਿ ਰਹੇ ਜਦੋਂ ਕੈਬਨਿਟ ਸੈਸ਼ਨ ਸਾਦੀ ਆ ਉਦੋਂ ਗਵਰਨਰ ਸੜੰਗਾ ਡਾ ਦਿੰਦੇ ਆ, ਫਿਰ ਸਾਨੂੰ ਸੁਪਰੀਮ ਕੋਰਟ ਜਾਣਾ ਪੈਂਦਾ। ਜਦੋਂ ਕੋਈ ਵਾਈਸ ਚਾਂਸਲਰ ਦੀ ਅਪਾਇੰਟਮੈਂਟ ਕੀਤੀ ਜਾਂਦੀ ਆ ਉਦੋਂ ਗਵਰਨਰ ਸਾਹਿਬ ਨੂੰ ਇਤਰਾਜ਼ ਹੋ ਜਾਂਦਾ ਹੈ, ਕਿਉਂਕਿ ਇਹਨਾਂ ਨੇ ਡਾਇਵਰਟ ਸਾਰੀ ਇੰਟੈਂਸ਼ਨ ਜਿਹੜੀ ਹੈ ਸਰਕਾਰ ਦੀ ਗਵਰਨੈਂਸ ਤੋਂ ਖਤਮ ਕਰਨੀ ਹੈ। ਔਰ ਇਹ ਗਵਰਨਰ ਬੇਸਿਕਲੀ ਜਿਹੜੀ ਪੋਸਟ ਹੈ ਇਹ ਤੇ ਇਹਦੀ ਜ਼ਰੂਰਤ ਨਹੀਂ ਹੈ ਇਸ ਟਾਈਮ ਮੁਲਕ 'ਚ, ਕਿਉਂਕਿ ਜੇ ਗਵਰਨਰਾਂ ਨੇ ਹੀ ਦੇਸ਼ ਚਲਾਉਣਾ ਹੈ ਤੇ ਫਿਰ ਡੈਮੋਕ੍ਰੇਸੀ ਦੀ ਕੀ ਮਹੱਤਤਾ ਰਹਿ ਜਾਣੀ, ਉੱਥੇ ਡੈਮੋਕ੍ਰੇਸੀ ਦਾ ਇੰਪੋਰਟੈਂਸ ਹੀ ਖਤਮ ਹੋ ਜਾਂਦੀ ਹੈ। ਇਸੇ ਕਰਕੇ ਹੀ ਬਾਬਾ ਸਾਹਿਬ ਅੰਬੇਡਕਰ ਨੇ ਬੜਾ ਸਪਸ਼ਟ ਲਿਖਿਆ ਹੈ ਸੰਵਿਧਾਨ ਵਿੱਚ, ਜਦੋਂ ਅਸੀਂ ਪੜ੍ਹਦੇ ਹਾਂ ਔਰ ਉਹਦੇ 'ਚ ਲਿਖਿਆ ਹੈ ਵੀ ਗਵਰਨਰ ਵਿਲ ਏਡ ਐਂਡ ਐਡਵਾਈਸ ਆਫ ਕਾਉਂਸਲ ਆਫ ਮਿਨਿਸਟਰ ਐਂਡ ਹੀ ਇਜ਼ ਅ ਨੋਮੀਨਲ ਹੈਡ। तो ਉਹਦਾ ਕੰਮ ਹੈ ਸਿਰਫ ਤੇ ਸਿਰਫ ਇੱਕ ਰਾਬਤਾ ਬਣਾ ਕੇ ਰੱਖਣਾ ਸੈਂਟਰ ਔਰ ਸਟੇਟ 'ਚ, ਨਾ ਕਿ ਰੋਜ਼ ਡੇਲੀ ਵੇਜਸ ਤੇ ਜਿਹੜੇ ਸਰਕਾਰ ਦੇ ਕੰਮਾਂ 'ਚ ਉਹਨਾਂ 'ਚ ਇੰਟਰਫੇਰੈਂਸ। ਪਰ ਕੰਗ ਸਾਹਿਬ, ਗਵਰਨਰ ਸਾਹਿਬ ਤੇ ਇਹੀ ਕਹਿੰਦੇ ਨੇ ਜਦੋਂ ਵੀ ਕਦੇ ਪ੍ਰੈਸ ਦੇ ਸਾਹਮਣੇ ਆਉਂਦੇ ਨੇ ਕਿ ਮੈਂ ਤੇ ਸਲਾਹ ਹੀ ਦਿੰਨਾ ਹੈ, ਤੇ ਜੇ ਮੈਂ 4 ਸਵਾਲ ਪੁੱਛ ਲਏ ਤਾਂ ਸਰਕਾਰ ਨੂੰ ਇਤਰਾਜ਼ ਕੀ ਹੈ? ਨਹੀਂ, ਉਹ ਤੇ ਵਾਰ-ਵਾਰ ਦੇਖਿਆ ਉਹਨਾਂ ਨੇ ਆਪ ਹੀ ਵਾਇਲੇਸ਼ਨ ਕੀਤੀ ਹੈ। ਪਿਛਲੇ ਦਿਨਾਂ 'ਚ ਵੀ ਗਵਰਨਰ ਸਾਹਿਬ ਝੂਠ ਵੀ ਬੋਲਣ ਲੱਗ ਗਏ ਆ। ਪਹਿਲਾਂ ਕਹਿੰਦੇ ਸੀ ਮਾਈ ਗਵਰਨਮੈਂਟ ਵਾਲੇ ਇਸ਼ੂ ਤੇ ਆਪਾਂ ਦੇਖਿਆ, ਮੈਂ ਅੱਜ ਕਲੈਰੀਫਾਈ ਕੀਤਾ ਉਹਨੂੰ, ਇਹਨਾਂ ਦੇ ਵੀਡੀਓ ਵੀ ਭੇਜੇ, ਉਹ ਆਪਣੇ ਸਾਹਮਣੇ ਆ ਸਾਰੀ ਗੱਲ। ਉਹ ਯੂ ਟਰਨ ਲੈਂਦੇ ਆ। ਮੇਨ ਜਿਹੜਾ ਮਕਸਦ ਹੈ ਨਾ ਬਰਾੜ ਸਾਹਿਬ ਗਵਰਨਰ ਦਾ ਇਸ ਟਾਈਮ ਜਿਹੜੀ ਪੂਰਾ ਜਿਹੜਾ ਫੋਕਸ ਹੈ ਉਹ ਹੈ ਵੀ ਸਰਕਾਰ ਨੂੰ ਗਵਰਨੈਂਸ ਦੇ ਏਜੰਡੇ ਤੋਂ ਭਟਕਾਇਆ ਜਾਵੇ ਔਰ ਸਰਕਾਰ ਦੇ ਕੰਮਾਂ 'ਚ ਦਖਲਅੰਦਾਜ਼ੀ ਕਰਕੇ ਪੂਰੀ એનર્ਜੀ ਜਿਹੜੀ ਆ ਉਹ ਪੰਜਾਬ ਦੀ ਜਿਹੜੀ ਤਰੱਕੀ ਹੋ ਰਹੀ ਹੈ ਉਸ ਤੋਂ ਡਾਇਵਰਟ ਕਰਕੇ ਇੱਕ ਇਹ ਮਾਹੌਲ ਬਣਾਇਆ ਜਾਵੇ ਵੀ ਨਹੀਂ ਆਮ ਆਦਮੀ ਪਾਰਟੀ ਕੰਮ ਠੀਕ ਨਹੀਂ ਕਰ ਰਹੀ, ਕਿਉਂਕਿ ਬੀਜੇਪੀ ਇਹੀ ਚਾਹੁੰਦੀ ਆ, ਉਹੀ ਏਜੰਡਾ ਗਵਰਨਰ ਸਾਹਿਬ ਅੱਗੇ ਕਰ ਰਹੇ। ਠੀਕ ਹੈ, ਧੰਨਵਾਦ ਕੰਗ ਸਾਹਿਬ ਸਾਡੇ ਨਾਲ ਜੁੜਨ ਲਈ, ਆਪਣੀ ਗੱਲ ਕਹਿਣ ਲਈ। ਤਾਂ ਆਮ ਆਦਮੀ ਪਾਰਟੀ ਵੱਲੋਂ ਸਿੱਧਾ ਗਵਰਨਰ ਪੰਜਾਬ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਕਿ ਇਹ ਸਿਰਫ ਔਰ ਸਿਰਫ ਸਰਕਾਰ ਦੇ ਕੰਮਕਾਜ ਦੇ ਵਿੱਚ ਅੜਿੱਕਾ ਡਾਉਣ ਦੀ ਇੱਕ ਕੋਸ਼ਿਸ਼ ਹੈ, ਪਰ ਦੂਸਰੇ ਪਾਸੇ ਗਵਰਨਰ ਕਹਿ ਰਹੇ ਨੇ ਕਿ ਉਹ ਇਸ ਬਾਰੇ ਅਟਾਰਨੀ ਜਨਰਲ ਦੀ ਰਾਏ ਲੈਣਗੇ, ਉਸ ਤੋਂ ਬਾਅਦ ਹੀ ਫਿਰ ਇਸ ਤੇ ਉਹ ਆਪਣਾ ਕੋਈ ਜਿਹੜਾ ਹੈ ਅਗਲਾ ਫੈਸਲਾ ਲੈਣਗੇ, ਕਿਉਂਕਿ ਸਵਾਲ ਪਹਿਲਾਂ ਉਸ ਸੈਸ਼ਨ ਤੇ ਚੱਕੇ ਗਏ ਨੇ, ਉਸ ਸੈਸ਼ਨ ਦੀ ਕਾਨੂੰਨੀ ਵੈਧਤਾ ਤੇ ਚੱਕੇ ਗਏ ਨੇ ਜੋ ਸੈਸ਼ਨ ਸਰਕਾਰ ਨੇ ਸੱਦਿਆ ਸੀ ਔਰ ਉਸ ਸੈਸ਼ਨ ਦੇ ਵਿੱਚ ਜਿਹੜੇ ਬਿੱਲ ਪਾਸ ਕੀਤੇ ਸੀ। ਔਰ ਜੇ ਉਹ ਉਸ ਸੈਸ਼ਨ ਦੀ ਕਾਨੂੰਨੀ ਵੈਧਤਾ ਤੇ ਸਵਾਲ ਚੱਕਦੇ ਨੇ ਤਾਂ ਫਿਰ ਜਿਹੜੇ ਉਸ ਸੈਸ਼ਨ ਦੇ ਵਿੱਚ ਬਿੱਲ ਪਾਸ ਕੀਤੇ ਗਏ ਉਹਨਾਂ ਤੇ ਆਟੋਮੈਟਿਕਲੀ ਸਵਾਲ ਖੜੇ ਹੋ ਜਾਂਦੇ ਨੇ। ਸੋ ਹੁਣ ਮਸਲਾ ਇੱਥੇ ਫਸਿਆ ਕਿ ਕੀ ਇਹ ਸੈਸ਼ਨ ਸਹੀ ਬੁਲਾਇਆ ਗਿਆ ਸੀ ਜਾਂ ਫਿਰ ਇਹ ਸੈਸ਼ਨ ਗਲਤ ਬੁਲਾਇਆ ਗਿਆ ਸੀ। ਇਹ ਕਾਨੂੰਨੀ ਮਾਹਿਰਾਂ ਦੀ ਅਟਾਰਨੀ ਜਨਰਲ ਦੀ ਸਲਾਹ ਤੋਂ ਬਾਅਦ ਇਹ ਚੀਜ਼ ਜਿਹੜੀ ਹੈ ਇਹ ਸਪਸ਼ਟ ਹੋ ਜਾਏਗੀ ਔਰ ਉਸ ਤੋਂ ਬਾਅਦ ਹੀ ਗਵਰਨਰ ਪੰਜਾਬ ਇਸ ਤੇ ਕੋਈ ਅੱਗੇ ਆਪਣਾ ਪ੍ਰਤੀਕਰਮ ਦੇਣਗੇ ਜਾਂ ਅੱਗੇ ਆਪਣਾ ਇਸ ਤੇ ਫੈਸਲਾ ਲੈ ਸਕਦੇ ਨੇ। ਪਰ ਫਿਲਹਾਲ ਜੋ ਸਿੱਧੇ ਰੂਪ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਨਜ਼ਰ ਆ ਰਿਹਾ ਹੈ ਉਹ ਸਰਕਾਰ ਤੇ ਗਵਰਨਰ ਹਾਊਸ ਦੇ ਵਿਚਕਾਰ ਇੱਕ ਤਰੀਕੇ ਦੀ ਟਸਲ ਜੋ ਹੈ ਉਹ ਨਜ਼ਰ ਆ ਰਹੀ ਹੈ ਕਿ ਜਿਹੜੇ ਫੈਸਲੇ ਸਰਕਾਰ ਨੇ ਲਏ ਨੇ ਉਸ ਤੇ ਗਵਰਨਰ ਵੱਲੋਂ ਸਵਾਲ ਚੱਕੇ ਗਏ ਔਰ ਕਿੰਤੂ ਪਰੰਤੂ ਕੀਤਾ ਗਿਆ ਔਰ ਸਰਕਾਰ ਨੂੰ ਕਈ ਥਾਵਾਂ ਤੇ ਉਹ ਫੈਸਲਾ ਵਾਪਸ ਲੈਣ ਲਈ ਮਜਬੂਰ ਵੀ ਹੋਣਾ ਪਿਆ ਔਰ ਉਹਨਾਂ ਫੈਸਲਿਆਂ ਦੇ ਵਿੱਚ ਗਵਰਨਰ ਵੱਲੋਂ ਬਦਲਾਅ ਵੀ ਕੀਤਾ ਗਿਆ। ਇਸ ਤਰੀਕੇ ਦੇ ਫੈਸਲੇ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਹੋਏ ਨੇ, ਪਰ ਗਵਰਨਰ ਸਾਹਿਬ ਦੀਆਂ ਜਿਹੜੀਆਂ ਚਿੱਠੀਆਂ ਨੇ ਉਹ ਸੀਐਮ ਭਗਵੰਤ ਮਾਨ ਦੇ ਕੋਲ ਪਹੁੰਚੀਆਂ ਨੇ ਔਰ ਉਸ ਦਾ ਜ਼ਿਕਰ ਵਿਧਾਨ ਸਭਾ ਦੇ ਵਿੱਚ ਸੀਐਮ ਕਰਦੇ ਰਹੇ ਨੇ, ਜਿਸ ਤੋਂ ਬਾਅਦ ਗਵਰਨਰ ਪੰਜਾਬ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕਿਹਾ ਕਿ
ਮੈਨੂੰ ਮਜ਼ਾਕੀਆ ਲਹਿਜੇ ਦੇ ਵਿੱਚ ਮੇਰੀਆਂ ਚਿੱਠੀਆਂ ਦਾ ਜ਼ਿਕਰ ਕੀਤਾ ਜਾਂਦਾ ਹੈ, ਪਰ ਮੈਂ ਜਵਾਬ ਤੇ ਲੈ ਕੇ ਰਹੂੰਗਾ। ਇਹ ਗੱਲ ਗਵਰਨਰ ਪੰਜਾਬ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਹਿ ਚੁੱਕੇ ਨੇ। ਤੇ ਹੁਣ ਜਿਹੜਾ ਤਾਜ਼ਾ ਘਟਨਾਕ੍ਰਮ ਜਿਹੜਾ ਪਿਛਲੇ ਦਿਨੀ ਬਿੱਲ ਪਾਸ ਕੀਤੇ ਗਏ ਸੀ 4 ਜਿਨ੍ਹਾਂ ਦੇ ਵਿੱਚ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਸੋਧ ਬਿੱਲ ਵੀ ਸੀ, ਉਹ ਸਾਰੇ ਬਿੱਲ ਰੁਕ ਗਏ ਨੇ। ਉਸ ਦੇ ਵਿੱਚ ਡੀਜੀਪੀ ਦੀ ਅਪਾਇੰਟਮੈਂਟ ਨੂੰ ਲੈ ਕੇ ਬਿੱਲ ਸੀ, ਉਸ ਦੇ ਵਿੱਚ ਯੂਨੀਵਰਸਿਟੀਆਂ ਦੇ ਚਾਂਸਲਰ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਨੂੰ ਦੇਣ ਨੂੰ ਲੈ ਕੇ ਬਿੱਲ ਸੀ। ਇਹ ਸਾਰੇ ਬਿੱਲ ਜਿਹੜੇ ਪਾਸ ਕੀਤੇ ਗਏ ਸੀ ਪਿਛਲੇ ਸੈਸ਼ਨ ਦੇ ਵਿੱਚ, ਉਹ ਫਿਲਹਾਲ ਗਵਰਨਰ ਪੰਜਾਬ ਵੱਲੋਂ ਰੋਕ ਲਏ ਗਏ ਨੇ। ਸੋ ਇਸ ਵੇਲੇ ਦੀ ਵੱਡੀ ਖਬਰ ਅਸੀਂ ਦਰਸ਼ਕਾਂ ਦੇ ਸਾਹਮਣੇ ਰੱਖ ਰਹੇ ਹਾਂ। ਸਰਕਾਰ ਤੇ ਰਾਜ ਭਵਨ ਦੇ ਵਿੱਚ ਇੱਕ ਹੋਰ ਨਵਾਂ ਵਿਵਾਦ ਜਿਹੜਾ ਹੈ, ਉਹ ਜਿਹੜੇ ਪਿਛਲੇ ਦਿਨੀ ਬਿੱਲ ਪਾਸ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਖੜਾ ਹੁੰਦਾ ਨਜ਼ਰ ਆ ਰਿਹਾ ਹੈ, ਕਿਉਂਕਿ ਗਵਰਨਰ ਪੰਜਾਬ ਨੇ ਕਾਨੂੰਨੀ ਸਵਾਲ ਖੜੇ ਕਰ ਦਿੱਤੇ ਨੇ। ਸਰਕਾਰ ਤੇ ਰਾਜ ਭਵਨ ਦੇ ਵਿਚਾਲੇ ਇਹ ਇੱਕ ਤਰੀਕੇ ਦੀ ਜਿਹੜੀ ਪਿਛਲੇ ਸਮੇਂ ਤੋਂ ਚੱਲੀ ਆ ਰਹੀ ਕਸ਼ਮਕਸ਼ ਹੈ, ਇਹ ਹੋਰ ਉੱਭਰ ਕੇ ਸਾਹਮਣੇ ਆ ਗਈ ਹੈ, ਖਾਸ ਕਰਕੇ ਕਿਉਂਕਿ ਗੁਰਬਾਣੀ ਨਾਲ ਜੁੜਿਆ ਜਿਹੜਾ ਐਕਟ ਹੈ, ਗੁਰਬਾਣੀ ਪ੍ਰਸਾਰਣ ਨਾਲ ਜੁੜਿਆ, ਜੋ ਸਰਕਾਰ ਨੇ ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਲਿਆਂਦਾ ਕਿ ਗੁਰਬਾਣੀ ਪ੍ਰਸਾਰਣ ਤੇ ਕਿਸੇ ਦਾ ਏਕਾਧਿਕਾਰ ਨਹੀਂ ਹੋਣਾ ਚਾਹੀਦਾ। ਇਹ ਬਿੱਲ ਸਰਕਾਰ ਨੇ ਸੋਧ ਬਿੱਲ ਦੇ ਰੂਪ ਦੇ ਵਿੱਚ ਪੇਸ਼ ਕੀਤਾ ਔਰ ਉਸ ਦੇ ਵਿੱਚ ਇਹ ਤਜਵੀਜ਼ ਰੱਖੀ ਗਈ, ਇੱਕ ਸਪੈਸ਼ਲ ਕਲੌਜ਼ ਜਿਹੜੀ ਸੀ ਉਹ ਸੈੱਟ ਕਰਕੇ ਉਹਨਾਂ ਬਿੱਲਾਂ ਨੂੰ, ਸਾਰੇ ਬਿੱਲਾਂ ਨੂੰ ਇਨਕਲੂਡਿੰਗ ਉਹ ਬਿੱਲ, ਸਾਰੇ ਬਿੱਲਾਂ ਨੂੰ ਗਵਰਨਰ ਪੰਜਾਬ ਵੱਲੋਂ ਰੋਕ ਲਿਆ ਗਿਆ ਹੈ। ਮਨਜਿੰਦਰ ਸਿਰਸਾ ਜੁੜੇ ਨੇ ਸਾਡੇ ਨਾਲ, ਬੀਜੇਪੀ ਦੇ ਸੀਨੀਅਰ ਆਗੂ ਨੇ। ਸਿਰਸਾ ਸਾਹਿਬ, ਕਿਵੇਂ ਦੇਖਦੇ ਹੋ? ਗਵਰਨਰ ਸਾਹਿਬ ਕਹਿ ਰਹੇ ਨੇ ਕਿ ਮੈਂ ਪਹਿਲਾਂ ਜਿਹੜਾ ਸੈਸ਼ਨ ਬੁਲਾਇਆ ਗਿਆ ਸੀ ਉਹ ਕਾਨੂੰਨੀ ਤੌਰ ਤੇ ਵੈਧ ਸੀ ਜਾਂ ਨਹੀਂ, ਪਹਿਲਾਂ ਮੈਂ ਇਹ ਚੀਜ਼ ਚੈੱਕ ਕਰੂੰਗਾ, ਕਨਫਰਮ ਕਰੂੰਗਾ, ਬਿੱਲਾਂ ਦੀ ਗੱਲ ਬਾਅਦ ਚ ਆਉਂਦੀ ਹੈ। ਪਰ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਸਿਰਫ ਸਰਕਾਰ ਦਾ ਕੰਮਕਾਜ ਰੋਕਣ ਦੇ ਲਈ ਇਹ ਫੈਸਲੇ ਜਿਹੜੇ ਨੇ ਇਹ ਲਏ ਜਾ ਰਹੇ ਨੇ ਗਵਰਨਰ ਪੰਜਾਬ ਵੱਲੋਂ। ਤੁਸੀਂ ਕਿਵੇਂ ਦੇਖਦੇ ਹੋ? ਪੰਜਾਬ ਸਰਕਾਰ ਦੇ ਕੋਲ ਪੂਰੀ ਬੈਟਰੀ ਆਫ ਆਫੀਸਰਸ ਨੇ, ਉਹਨਾਂ ਨੂੰ ਸਭ ਕੁਝ ਪਤਾ ਹੈ। ਉਹ ਜਾਣ ਬੁੱਝ ਕੇ ਪਹਿਲਾਂ ਗਲਤ ਤਰੀਕੇ ਨਾਲ ਕਰਦੇ ਨੇ ਤਾਂ ਕਿ, ਕਿਉਂਕਿ ਕਾਨੂੰਨ ਦਾ ਪਾਲਣ ਤੇ ਕਰਨਾ ਹੀ ਪਊਗਾ। ਹੁਣ ਕਾਨੂੰਨ ਕੋਈ ਵੀ ਬਣਾਵੇ, ਪੰਜਾਬ ਸਰਕਾਰ ਉਹਦਾ ਅਧਿਕਾਰ ਆ, ਲੇਕਿਨ ਕਾਨੂੰਨ ਬਣਾਉਣ ਵਾਸਤੇ ਸੈਸ਼ਨ ਪ੍ਰੋਸੈਸ ਅੰਦਰ ਬੁਲਾਵੇ। ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਹਾਂ, ਜਦੋਂ ਦਿੱਲੀ ਦੇ ਅੰਦਰ ਅਰਵਿੰਦ ਕੇਜਰੀਵਾਲ ਜੀ ਨੇ ਸਭ ਤੋਂ ਪਹਿਲਾਂ ਸੈਸ਼ਨ ਬੁਲਾਇਆ ਸੀ, ਦੂਜਾ ਸੈਸ਼ਨ, ਉਹਨਾਂ ਵੀ ਇਸੇ ਤਰ੍ਹਾਂ ਹੀ ਕੀਤਾ ਸੀਗਾ। ਲੋਕਪਾਲ ਬਿੱਲ ਕਿਉਂਕਿ ਪਾਸ ਨਹੀਂ ਕਰਨਾ ਸੀਗਾ, ਜਾਣ ਬੁੱਝ ਕੇ ਡਰਾਮੇਬਾਜ਼ੀ ਕਰਨੀ ਸੀ, ਅੱਜ ਤੱਕ ਵੀ ਨਹੀਂ ਪਾਸ ਕੀਤਾ। ਲੇਕਿਨ ਉਸ ਵੇਲੇ ਲੋਕਾਂ ਨੂੰ ਦਿਖਾਉਣਾ ਸੀਗਾ ਕਿ ਦੇਖੋ ਮੈਂ ਪਾਸ ਕਰਦਾ ਪਿਆ ਤੇ ਬੀਜੇਪੀ ਕਾਂਗਰਸ ਪਾਸ ਨਹੀਂ ਕਰਨ ਦੇ ਰਹੀ। ਉਹਨਾਂ ਨੇ ਵੀ ਇਸੇ ਤਰ੍ਹਾਂ ਇੱਕ ਗਲਤ ਤਰੀਕੇ ਨਾਲ ਸੈਸ਼ਨ ਬੁਲਾਇਆ, ਬੁਲਾ ਕੇ ਉਹ 'ਚ ਕਾਨੂੰਨ ਪਾਸ ਕਰਤਾ, ਕਿਉਂਕਿ ਸੈਸ਼ਨ ਹੀ ਗਲਤ ਤਰੀਕੇ ਨਾਲ ਬੁਲਾਇਆ ਸੀ, ਕਾਨੂੰਨ ਪਾਸ ਹੋ ਨਹੀਂ ਸਕਦਾ ਸੀਗਾ। ਹੁਣ ਐਮਐਲਏ ਦੀ ਤਾਂ ਮਰਜ਼ੀ ਆ ਨਾ, ਜਦੋਂ ਸੀਐਮ ਜਦੋਂ ਮਰਜ਼ੀ ਚਾਹੇ ਕਹੋ ਜੀ ਆਜੋ ਸੈਸ਼ਨ ਅੰਦਰ, ਸਾਰੇ ਐਮਐਲਏ ਆਉਣਗੇ, ਪਰ ਉਹ ਕਾਨੂੰਨ ਦੇ ਦਾਇਰੇ 'ਚ ਬੁਲਾਇਆ ਜਾਂ ਨਹੀਂ ਬੁਲਾਇਆ ਇਹ ਤੇ ਗਵਰਨਰ ਨੇ ਦੇਖਣਾ ਸੀ। ਸੇਮ ਕੰਮ ਉਦੋਂ ਅਰਵਿੰਦ ਕੇਜਰੀਵਾਲ ਜੀ ਨੇ ਵੀ ਅੱਜ ਤੋਂ 2014 'ਚ ਕੀਤਾ ਸੀ, ਕਿਉਂਕਿ ਉਹ ਵੀ ਸਿਰਫ ਵਾਹਵਾਹੀ ਖੱਟਣਾ ਚਾਹੁੰਦੇ ਸੀ। ਇਸੇ ਤਰ੍ਹਾਂ ਭਗਵੰਤ ਮਾਨ ਜੀ ਵਾਹਵਾਹੀ ਖੱਟਣਾ ਚਾਹੁੰਦੇ ਨੇ ਔਰ ਹਰ ਵੇਲੇ ਲੜਾਈ 'ਚ ਰਹਿਣਾ ਚਾਹੁੰਦੇ ਨੇ, ਵਰਨਾ ਕਾਨੂੰਨ ਦੇ ਮੁਤਾਬਕ ਸੈਸ਼ਨ ਬੁਲਾ ਲੈਣ। ਕੋਈ ਸੈਸ਼ਨ ਬੁਲਾਉਣ ਤੋਂ ਗਵਰਨਰ ਸਾਹਿਬ ਮਨਾ ਤੇ ਕਰ ਹੀ ਨਹੀਂ ਸਕਦੇ, ਜਿੰਨੀ ਵਾਰ ਮਰਜ਼ੀ ਸੈਸ਼ਨ ਬੁਲਾਉਣ। ਲੇਕਿਨ ਇਹ ਜਾਣ ਬੁੱਝ ਕੇ ਇਸੇ ਕੰਮ ਕਰਦੇ ਨੇ ਤਾਂ ਕਿ ਲੜਾਈ ਖੜੀ ਰਵੇ, ਲੋਕਾਂ ਦਾ ਧਿਆਨ ਵੰਡਿਆ ਰਵੇ, ਲੋਕਾਂ ਨੂੰ ਲੱਗੇ ਕਿ ਦੇਖੋ ਭਗਵੰਤ ਮਾਨ ਜੀ ਕੰਮ ਕਰਨਾ ਚਾਹੁੰਦੇ ਨੇ ਔਰ ਗਵਰਨਰ ਕਰਨ ਨਹੀਂ ਦੇ ਰਿਹਾ। ਮਤਲਬ ਇਸ ਤਰ੍ਹਾਂ ਦਾ ਮਾਹੌਲ ਬਣਾਉਣ ਦੀ ਪਹਿਲੀ ਵਾਰ ਕੋਸ਼ਿਸ਼ ਪੰਜਾਬ ਅੰਦਰ ਔਰ ਦਿੱਲੀ ਅੰਦਰ ਤੇ ਅਸੀਂ ਪਿਛਲੇ 8 ਸਾਲ ਤੋਂ ਦੇਖ ਹੀ ਰਹੇ ਹਾਂ। ਅਰਵਿੰਦ ਕੇਜਰੀਵਾਲ ਜੀ ਰੋਜ਼ ਇਹੀ ਗੱਲ ਕਹਿੰਦੇ ਨੇ, ਮੈਨੂੰ ਆ ਵੀ ਨਹੀਂ ਕਰਨ ਦੇ ਰਹੇ, ਮੈਨੂੰ ਆ ਵੀ ਨਹੀਂ ਕਰਨ ਦੇ ਰਹੇ, ਮੈਨੂੰ ਆ ਵੀ ਨਹੀਂ ਕਰਨ ਦੇ ਰਹੇ, ਕਿਉਂਕਿ ਬੇਸਿਕਲੀ ਇਹਨਾਂ ਦਾ ਕੰਸੈਪਟ ਇਹ ਆ, ਜੋ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦਾ ਕੰਸੈਪਟ ਇਹ ਆ ਕਿ ਤੁਸੀਂ ਇਹ ਦਿਖਾਉਣ ਦੀ ਕੋਸ਼ਿਸ਼ ਕਰੋ ਕਿ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਇਸ ਕੰਸੈਪਟ ਦੇ ਤਹਿਤ ਸਾਰਾ ਕੰਮ ਚੀਜ਼ਾਂ ਜਿਹੜੀਆਂ ਮੇਰੇ ਆਸ-ਪਾਸ ਘੁੰਮਦੀਆਂ ਨੇ, ਸੋ ਕਰ ਰਹੇ ਨੇ। ਪੰਜਾਬ ਦਾ ਨੁਕਸਾਨ ਹੋ ਰਿਹਾ, ਉਹ ਆਪਣੇ ਮਜ਼ੇ ਲੈ ਰਹੇ ਨੇ। ਅੱਛਾ ਸਿਰਸਾ ਸਾਹਿਬ, ਬਿੱਲ ਤੇ ਇਸ ਦੇ ਵਿੱਚ 3-4 ਨੇ, ਜਿਹਦੇ ਚ ਯੂਨੀਵਰਸਿਟੀਜ਼ ਦੇ ਵਾਈਸ ਚਾਂਸਲਰ ਦੀ ਜ਼ਿੰਮੇਵਾਰੀ ਸੀਐਮ ਨੂੰ, ਉਹਨਾਂ ਨੂੰ ਚਾਂਸਲਰ ਦੀ ਜ਼ਿੰਮੇਵਾਰੀ ਸੀਐਮ ਨੂੰ ਦੇਣ ਦਾ ਬਿੱਲ ਹੈ, ਡੀਜੀਪੀ ਦੀ ਅਪਾਇੰਟਮੈਂਟ ਹੈ। ਪਰ ਅਹਿਮ ਬਿੱਲ ਜਿਸ ਦਾ ਸਭ ਤੋਂ ਜ਼ਿਆਦਾ ਜ਼ਿਕਰ ਹੋ ਰਿਹਾ ਉਹ ਹੈ ਗੁਰਦੁਆਰਾ ਸੋਧ ਬਿੱਲ, ਜੋ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਸਰਕਾਰ ਨੇ ਅਮੈਂਡਮੈਂਟ ਬਿੱਲ ਲੈ ਕੇ ਆਂਦਾ ਹੈ। ਉਸ ਬਿੱਲ ਨੂੰ ਕਿਸ ਲਿਹਾਜ਼ ਨਾਲ ਦੇਖ ਰਹੇ ਹੋ? ਅਕਾਲੀ ਦਲ ਕਹਿ ਰਿਹਾ ਕਿ ਇਹ ਗਲਤ ਹੈ, ਸਰਕਾਰ ਲਿਆ ਹੀ ਨਹੀਂ ਸਕਦੀ। ਦੇਖੋ ਮੈਂ ਤੁਹਾਨੂੰ ਇਹ ਕਹਿ ਰਿਹਾ ਨਾ, ਜਦੋਂ ਵੀ ਕੋਈ ਸਰਕਾਰ ਬਿੱਲ ਲਿਆ ਸਕਦੀ ਨਹੀਂ ਲਿਆ ਸਕਦੀ, ਇਹ ਸਾਰੇ ਪ੍ਰੋਵੀਜ਼ਨਸ ਜਿਹੜੇ ਨੇ ਇਹ ਵਿਧਾਨ ਸਭਾ ਦੇ ਉਹਨੇ ਦੇਖਣੇ ਨੇ ਸਪੀਕਰ ਨੇ, ਔਰ ਸਪੀਕਰ ਨੇ ਉਹਦੀ ਪਰਮਿਸ਼ਨ ਲੈਣੀ ਆ ਗਵਰਨਰ ਸਾਹਿਬ ਕਿ ਮੈਂ ਆਹ ਵਾਲਾ ਕਾਨੂੰਨ ਲਿਆਉਣਾ ਚਾਹੁੰਦਾ। ਉਹ ਲਿਆ ਸਕਦਾ ਨਹੀਂ ਲਿਆ ਸਕਦਾ, ਇਸ ਦੀ ਜਾਣਕਾਰੀ ਜਦੋਂ ਗਵਰਨਰ ਨੂੰ ਦੇਗਾ ਤੇ ਗਵਰਨਰ ਆਫਿਸ ਨੂੰ ਜਾਣਕਾਰੀ ਦੇਣਗੇ ਕਿ ਨਹੀਂ ਆਹ ਵਾਲੀ ਚੀਜ਼ ਤੁਸੀਂ ਸਟੇਟ ਐਕਟ ਨਹੀਂ ਹੈਗਾ। ਹੁਣ ਗੱਲ ਇਹ ਹੈ ਕਿ ਮੈਂ ਤੁਹਾਨੂੰ ਜਿਹੜੀ ਅਗਲੀ ਗੱਲ ਕਹੀ ਸੀ, ਜਦੋਂ ਆਪਾਂ ਪਾਉਣਾ ਹੀ ਝਗੜਾ ਹੈ, ਪਾਉਣਾ ਹੀ ਰੱਖੜ ਆ, ਕੰਮ ਤੇ ਆਪਾਂ ਕਰਨਾ ਨਹੀਂ, ਪਾਉਣੀ ਲੜਾਈ ਆ।
ਹੁਣ ਲੜਾਈ ਪਾਉਣ ਵਾਸਤੇ ਤੇ ਕਹਿੰਦੇ ਨਾ ਖੇਡਾਂਗੇ ਨਾ ਖੇਡਣ ਦਿਆਂਗੇ, ਉਹ ਵਾਲਾ ਕੰਮ ਆ ਇਹਨਾਂ ਦਾ। ਬੇਸਿਕਲੀ ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਵੀ ਕਾਨੂੰਨ ਲਿਆਂਦਾ ਜਾਵੇ, ਮੈਂ ਉਹਦੇ ਤੇ ਬਿਲਕੁਲ ਖਿਲਾਫ ਹਾਂ। ਸਟੇਟਾਂ ਨੂੰ ਕੰਮ ਨਹੀਂ ਕਰਨਾ ਚਾਹੀਦਾ। ਇਹਦੇ ਨਾਲ ਲੋਕਾਂ ਦੇ ਹੱਥ 'ਚ ਆਪਣੀ ਜਿਹੜੀ ਆ ਧੌਣ ਫਣਾਉਣ ਵਾਲਾ ਕੰਮ ਆ। ਕੱਲ ਹੋਰ ਕੋਈ ਕਮਲਾ ਆਊਗਾ, ਹੋਰ ਨਵਾਂ ਕਾਨੂੰਨ ਪਾਸ ਕਰ ਦੂ। ਕੋਈ ਆਊਗਾ ਕਹੂਗਾ ਜੀ ਨੌਨ ਸਿੱਖ ਵੋਟਾਂ ਪਾ ਸਕਦੇ ਆ। ਤੀਜਾ ਸੀਐਮ ਆਊਗਾ, ਉਹ ਕਹੂਗਾ ਜੀ ਨੌਨ ਸਿੱਖ ਤੇ ਪ੍ਰਧਾਨ ਵੀ ਬਣ ਸਕਦਾ। ਤਾਂ ਮੈਨੂੰ ਲੱਗਦਾ ਹੈ ਕਿ ਇੱਥੇ ਭਗਵੰਤ ਮਾਨ ਜੀ ਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਬੱਜਰ ਪਾਪ, ਬੱਜਰ ਗੁਨਾਹ, ਬੱਜਰ ਗਲਤੀ ਕੀਤੀ ਆ। ਸ਼ਾਇਦ ਉਹਨਾਂ ਨੂੰ ਮਹਿਸੂਸ ਹੀ ਨਹੀਂ ਹੋਇਆ ਕਿ ਉਹਨਾਂ ਦੇ ਵੱਡੇ ਵਡੇਰਿਆਂ ਨੇ ਕਿੰਨੀ ਵੱਡੀ ਲੜਾਈ ਬਣ ਲੜ ਕੇ ਤੇ ਐਕਟ ਬਣਾਇਆ ਸੀ। ਹਾਂ, ਜਿਹੜੀ ਗੁਰਬਾਣੀ ਦਾ ਟੈਲੀਕਾਸਟ ਦਾ ਇਸ਼ੂ ਸੀਗਾ, ਹਾਂ ਉੱਥੋਂ ਤੱਕ ਸੀਮਿਤ ਰਹਿਣਾ ਚਾਹੀਦਾ ਸੀ। ਉਹਦੇ ਬਹੁਤ ਸਾਰੇ ਤਰੀਕੇ ਸੀ ਬੰਦ ਕਰਨ ਦੇ, ਇੱਕ ਟੀਵੀ ਚੈਨਲ ਤੋਂ। ਉਹ ਤੇ ਕ੍ਰਿਮੀਨਲ ਆਫੈਂਸ ਵੀ ਹੈ। ਵੈਸੇ ਹੀ ਸਟੇਟ ਦੇ ਕੋਈ ਅਧਿਕਾਰ ਨੇ, ਕੋਈ ਵੀ ਕ੍ਰਿਮੀਨਲ ਆਫੈਂਸ ਹੋ ਰਿਹਾ ਸਟੇਟ ਅੰਦਰ, ਸਟੇਟ ਕੋ ਅਧਿਕਾਰ ਨੇ ਉਸ ਕ੍ਰਿਮੀਨਲ ਆਫੈਂਸ ਤੇ ਕਾਰਵਾਈ ਕਰਨ ਦੇ। ਉਹਦੇ ਲਈ ਕੋਈ ਬਿੱਲ ਨੂੰ ਸੋਧ ਕਰਨ ਦੀ ਲੋੜ ਨਹੀਂ ਸੀ। ਲੇਕਿਨ ਉਹਨਾਂ ਨੇ ਬਹੁਤ ਗਲਤ ਕੰਮ ਕੀਤਾ। ਮੈਂ ਤੇ ਇਹਦੇ ਪਹਿਲੇ ਦਿਨ ਤੋਂ ਇਸ ਚੀਜ਼ ਦੇ ਖਿਲਾਫ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਕਿਸੇ ਸੰਸਥਾ ਦੇ ਕੋਲ ਹੋਵੇ, ਕਿਸੇ ਪਾਰਟੀ ਦੇ ਅਧੀਨ ਹੋਵੇ, ਲੇਕਿਨ ਉਹਦੀ ਸਰਵਉੱਚਤਾ ਨੂੰ ਹਰ ਸਿੱਖ ਨੂੰ ਮੰਨਣਾ ਚਾਹੀਦਾ। ਮੈਂ ਅੱਜ ਬੀਜੇਪੀ 'ਚ ਹਾਂ, ਮੇਰੀ ਵਿਰੋਧੀ ਪਾਰਟੀ ਹੈ, ਪਰ ਮੇਰੀ ਸਰਵਉੱਚਤਾ ਤੇ ਕਦੀ ਵੀ ਕੋਈ ਵੀ ਸਵਾਲ ਨਾ ਸਿੱਖ ਨੂੰ ਕਰਨਾ ਚਾਹੀਦਾ, ਨਹੀਂ ਮੈਂ ਕਰੂੰਗਾ। ਸੋ ਭਗਵੰਤ ਮਾਨ ਜੀ ਨੇ ਤੇ ਗਲਤ ਕੰਮ ਕੀਤਾ। ਇੱਕ ਚੀਜ਼ ਆਮ ਆਦਮੀ ਪਾਰਟੀ ਹੋਰ ਜੀ ਇੱਕ ਚੀਜ਼ ਸਿਰਸਾ ਸਾਹਿਬ ਆਮ ਆਦਮੀ ਪਾਰਟੀ ਹੋਰ ਕਹਿ ਰਹੀ ਹੈ ਕਿ ਬੀਜੇਪੀ ਟੇਢੇ ਤਰੀਕੇ ਨਾਲ ਗਵਰਨਰ ਦੇ ਜ਼ਰੀਏ ਸਾਡੇ ਕੰਮ ਰੋਕਣਾ ਚਾਹੁੰਦੀ ਹੈ, ਸਾਡੇ ਕੰਮ ਝੜਿੱਕੇ ਪਾ ਰਹੀ ਹੈ। ਸਿੱਧਾ ਉਹ ਇਲਜ਼ਾਮ ਲਾ ਰਹੇ ਨੇ। ਹਾਂ, ਮੈਂ ਦੱਸ ਰਿਹਾ, ਇਹੀ ਠੀਕ ਕਹਿ ਰਹੇ ਨੇ। ਉਹ ਇਹੀ ਜੋ ਕਹਿਣਾ ਚਾਹੁੰਦੇ ਨੇ, ਇਸ ਪਰਪਸ ਵਾਸਤੇ ਉਹਨਾਂ ਨੇ ਕੰਮ ਕੀਤਾ ਹੈ। ਇਹ ਕਹਿ ਸਕਣ, ਟੀਵੀਆਂ ਤੇ ਰੌਲਾ ਪਾ ਸਕਣ, ਇਹਦੇ ਵਾਸਤੇ ਤਾਂ ਉਹਨਾਂ ਨੇ ਇਹ ਰਸਤਾ ਲੱਭਾ। ਮੈਂ ਤੁਹਾਨੂੰ ਪਹਿਲੀ ਗੱਲ ਕੀ ਕਹੀ ਹੈ ਕਿ ਉਹ ਬਿਲਕੁਲ ਕਹਿਣਗੇ। ਉਹਨਾਂ ਦੀ ਜਿਹੜੀ ਮੇਨ ਉਹਨਾਂ ਦੀ ਗੇਮ ਪਲਾਨ ਹੀ ਹੈ। ਪਿਛਲੇ 8 ਸਾਲਾਂ ਤੋਂ ਤੁਸੀਂ ਦੇਖ ਲਓ, ਅਰਵਿੰਦ ਕੇਜਰੀਵਾਲ ਜੀ ਵੀ ਇਹੀ ਕੰਮ ਕਰ ਰਹੇ ਨੇ। ਬੇਸਿਕਲੀ ਜਿਹੜਾ ਹਰ ਪਾਰਟੀ ਦਾ ਇੱਕ ਏਜੰਡਾ, ਇਹਨਾਂ ਦਾ ਏਜੰਡਾ ਕੀ ਆ ਕਿ ਤੁਸੀਂ ਹਰ ਜਗ੍ਹਾ ਆਪਣੇ ਆਪ ਦੀ ਸਿੰਪਥੀ ਲਓ, ਲੋਕਾਂ ਦੇ ਅੱਗੇ ਆਪਣੇ ਆਪ ਨੂੰ ਕਮਜ਼ੋਰ ਦੱਸੋ, ਲੋਕਾਂ ਨੂੰ ਦੱਸੋ ਕਿ ਅਸੀਂ ਬੇਵਸ ਹਾਂ, ਤੁਹਾਡੀ ਇਮਦਾਦ ਕਰਨਾ ਚਾਹੁੰਦੇ ਹਾਂ, ਸਰਕਾਰਾਂ ਸਾਨੂੰ ਕਰਨ ਨਹੀਂ ਦੇ ਰਹੀਆਂ, ਅਸੀਂ ਲੜ ਕੇ ਤੁਹਾਡੇ ਲਈ ਹੱਕ ਮੰਗਦੇ ਪਏ ਆ। ਇਹ ਇੱਕ ਇਹਨਾਂ ਦਾ ਮਾਹੌਲ ਬਣਾਉਣ ਦੀ ਇਹਨਾਂ ਦੀ ਪਾਰਟੀ ਦੀ ਇੱਕ ਰਣਨੀਤੀ ਆ। ਉਸ ਰਣਨੀਤੀ ਪਿੱਛੇ ਭਾਵੇਂ ਲੋਕ ਬਰਬਾਦ ਹੋ ਜਾਣ, ਭਾਵੇਂ ਸੂਬਾ ਤਬਾਹ ਹੋ ਜਾਏ, ਤੁਸੀਂ ਆਪਣੀਆਂ ਜੇਬਾਂ ਭਰਨੀਆਂ ਔਰ ਆਹ ਗੱਲ ਕਰਨੀ ਹੈ। ਅਰਵਿੰਦ ਕੇਜਰੀਵਾਲ ਜੀ ਦੇਖੋ 8 ਸਾਲ ਤੋਂ ਇਹੀ ਕਰ ਰਹੇ ਨੇ। ਤੁਸੀਂ ਦੇਖ ਲਓ, ਇੱਥੇ ਪੰਜਾਬ ਦੇ ਅੰਦਰ ਵੀ ਅੱਜ ਪੰਜਾਬ ਨੂੰ 55 ਸਾਲ ਹੋ ਗਏ ਨੇ ਵੱਖਰਾ ਸੂਬਾ ਬਣੇ। 55 ਸਾਲ 'ਚ ਹਰ ਤਰ੍ਹਾਂ ਦੀ ਸਰਕਾਰ ਆਈ ਆ। ਸ਼੍ਰੋਮਣੀ ਅਕਾਲੀ ਦਲ ਦੀ, ਕਾਂਗਰਸ ਨੇ ਅਕਾਲੀ ਦਲ ਦੀਆਂ ਸਰਕਾਰਾਂ ਰੱਦ ਵੀ ਕਰ ਦਿੱਤੀਆਂ, ਗਵਰਨਰ ਹੀ ਲਾ ਦਿੱਤੇ। ਲੇਕਿਨ ਕਿਸੇ ਨੇ ਇਹ ਨਟੰਕੀਆਂ ਨਹੀਂ ਕੀਤੀਆਂ ਸੀ, ਲੜਾਈਆਂ ਲੜੀਆਂ, ਸੜਕਾਂ ਤੇ ਉਤਰ ਕੇ ਆਪਣੇ। ਲੇਕਿਨ ਇਹ ਫਰਾਡ ਨਹੀਂ ਕੀਤੇ ਸੀ ਕਿ ਕਾਂਗਰਸ ਸਾਨੂੰ ਨਹੀਂ ਕਰਨ ਦੇ ਰਹੀ ਜਾਂ ਬੀਜੇਪੀ, ਕਾਂਗਰਸ ਵਾਲੇ ਕਹਿੰਦੇ ਸਾਨੂੰ ਬੀਜੇਪੀ ਨਹੀਂ ਕਰਨ ਦੇ ਰਹੀ। ਇਸ ਤਰ੍ਹਾਂ ਦੇ ਫਰਾਡ ਨਹੀਂ ਕਦੀ ਕਿਸੇ ਨੇ ਕੀਤੇ। ਇਹ ਜਿਹੜਾ ਫਰਾਡ ਦਾ ਦੌਰ ਆਇਆ ਇਹ ਆਮ ਆਦਮੀ ਪਾਰਟੀ ਦੇ ਆਉਣ ਤੋਂ ਬਾਅਦ ਹੀ ਆਇਆ। ਪਹਿਲਾਂ ਦਿੱਲੀ 'ਚ ਆਇਆ, ਹੁਣ ਉਹਦੀ ਕਾਪੀ ਜਿਹੜੀ ਆ ਆਪਾਂ ਨੂੰ ਪੰਜਾਬ ਦੇਖਣ ਨੂੰ ਮਿਲਦੀ ਪਈ ਆ। ਹੁਣ ਤੁਸੀਂ ਇਹ ਸਮਝਣ ਦੀ ਤੁਹਾਨੂੰ ਲੋੜ ਆ ਕਿ ਚਲੋ ਮੰਨ ਲਓ ਬੀਜੇਪੀ ਨਹੀਂ ਕਰਨ ਦੇ ਰਹੀ, ਠੀਕ ਆ। ਅਰਵਿੰਦ ਕੇਜਰੀਵਾਲ ਤੇ ਜਦੋਂ ਕਾਂਗਰਸ ਸਰਕਾਰ ਸੀ ਕਰੇ, ਮੈਨੂੰ ਕਾਂਗਰਸ ਨਹੀਂ ਕਰਨ ਦੇ ਰਹੀ। ਫਿਰ ਬੀਜੇਪੀ ਦੀ ਅੱਜ ਹੁਣ ਬੀਜੇਪੀ ਨਹੀਂ ਕਰਨ ਦੇ ਰਹੀ। ਹੁਣ ਪੰਜਾਬ 'ਚ ਆ ਗਈ, ਹੁਣ ਇੱਥੇ ਬੀਜੇਪੀ ਇੱਥੇ ਨਹੀਂ ਕਰਨ ਦੇ ਰਹੀ। ਸੋ ਕਦੀ ਵੀ ਕਿਸੇ ਵੀ ਸਟੇਟ ਦੇ ਅੰਦਰ ਕਦੀ ਕਿਸ ਤਰ੍ਹਾਂ ਦੇ ਮਾਹੌਲ ਨਹੀਂ ਬਣਾਇਆ ਜੋ ਇਹਨਾਂ ਨੇ ਨਟੰਕੀਬਾਜ਼ੀ, ਡਰਾਮੇਬਾਜ਼ੀ, ਸੀਐਮ ਦਾ ਕੱਦ ਇੰਨਾ ਮਤਲਬ ਘਟਾ ਕੇ ਮਿੱਟੀ ਕਰ ਦਿੱਤਾ। ਰੋਜ਼ ਝੂਠ, ਦਿੱਲੀ 'ਚ ਝੂਠੇ ਹੀ ਬੋਲਦੇ। ਪਹਿਲਾਂ ਕਹਿੰਦੇ ਸੀ ਹਵਾ ਜਿਹੜੀ ਪੰਜਾਬ ਤੋਂ ਪੋਲਿਊਸ਼ਨ ਆਉਂਦਾ ਹੈ, ਹੁਣ ਕਹਿ ਰਹੇ ਕੇਂਦਰ ਸਰਕਾਰ ਨਹੀਂ ਕੰਮ ਕਰਨ ਦੇ ਰਹੀ। ਉਹ ਤੇ ਕਹਿੰਦੇ ਇਹਦਾ ਤੋੜ, ਸਿਰਸਾ ਸਾਹਿਬ ਉਹ ਤੇ ਕਹਿੰਦੇ ਇਹਦਾ ਤੋੜ ਇਹੀ ਹੈ ਵੀ ਹੁਣ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਬੀਜੇਪੀ ਨੂੰ ਜਵਾਬ ਦੇਣਗੀਆਂ ਔਰ ਉਹ ਮੀਟਿੰਗ ਦਾ ਹਿੱਸਾ ਵੀ ਇਸੇ ਕਰਕੇ ਬਣ ਰਹੀ ਹੈ। ਫਿਕਸ ਲਾਈਨਾਂ ਨੇ ਨਾ। ਨਹੀਂ ਠੀਕ ਆ ਨਾ। ਦੇਖੋ ਨਾ 8 ਸਾਲ ਪਹਿਲਾਂ ਕੀ ਕਹਿੰਦੇ ਸੀ, ਸਾਰੀਆਂ ਪਾਰਟੀਆਂ ਚੋਰ ਨੇ। ਇਹਨਾਂ ਨੂੰ ਅਰਵਿੰਦ ਕੇਜਰੀਵਾਲ ਜੀ ਨੇ ਸਰਟੀਫਿਕੇਟ ਦਿੱਤਾ ਸੋਨੀਆ ਗਾਂਧੀ, ਰਾਹੁਲ ਗਾਂਧੀ ਨੂੰ ਸਭ ਤੋਂ ਵੱਡੇ ਚੋਰ ਦਾ, ਫਿਰ ਦਿੱਤਾ ਸਭ ਤੋਂ ਵੱਡੇ ਬੇਈਮਾਨ ਦਾ ਮੁਲਾਇਮ ਯਾਦਵ ਤੇ ਉਹਨਾਂ ਦੇ ਬੇਟੇ ਅਖਿਲੇਸ਼ ਯਾਦਵ ਨੂੰ, ਫਿਰ ਦਿੱਤਾ ਮੁਲਾਇਮ ਸਿੰਘ ਯਾਦਵ ਔਰ ਉਹਨਾਂ ਲਾਲੂ ਯਾਦਵ ਜੀ ਔਰ ਉਹਨਾਂ ਦੇ ਬੇਟੇ ਨੂੰ, ਫਿਰ ਸ਼ਰਦ ਪਵਾਰ ਔਰ ਅਜੀਤ ਪਵਾਰ ਨੂੰ ਦਿੱਤਾ, ਫਿਰ ਨਾਇਡੂ ਨੂੰ ਦਿੱਤਾ, ਫਿਰ ਜਿਹੜੇ ਤਾਮਿਲਨਾਡੂ ਦੇ ਚੀਫ ਮਿਨਿਸਟਰ ਨੇ ਉਹਨਾਂ ਦੇ ਪਿਤਾ ਜੀ ਰਹੇ ਨਹੀਂ ਇਸ ਵੇਲੇ, ਉਹਨਾਂ ਨੂੰ ਦਿੱਤਾ, ਜਿਹੜੇ ਸਟੇਟਾਂ ਦੇ ਮੁੱਖ ਮੰਤਰੀ ਆ ਉਹਨਾਂ ਨੂੰ। ਅੱਜ ਉਹਨਾਂ ਸਾਰਿਆਂ ਦੇ ਨਾਲ ਅਰਵਿੰਦ ਕੇਜਰੀਵਾਲ ਜੀ ਕਹਿ ਰਹੇ ਨੇ ਸਾਰੇ ਇਮਾਨਦਾਰ ਹੋ ਗਏ ਨੇ ਹੁਣ ਮੇਰੇ ਨਾਲ, ਕਿਉਂਕਿ ਮੈਂ ਇਮਾਨਦਾਰ ਹਾਂ, ਇਹ ਸਾਰੇ ਅਸੀਂ ਇਕੱਠੇ ਹੋ ਗਏ ਆ। ਇਹ ਨਹੀਂ ਦੱਸਦੇ ਕਿ ਇਹ ਵੱਡੇ ਚੋਰ ਸੀ, ਮੈਂ ਵੀ ਇਹਨਾਂ ਨਾਲ ਬੇਈਮਾਨ ਬਣ ਗਿਆ ਹੋ ਜਾਏ, ਮੈਂ ਵੀ ਹੁਣ ਕਰਪਟ ਆਦਮੀ ਹੋ ਗਿਆ। ਸੋ ਦੇ ਆਰ, ਉਹ ਕੋਈ ਇਕੱਠੇ ਨਹੀਂ ਹੋ ਰਹੇ। ਕਰਪਸ਼ਨ ਵਾਲੇ ਲੋਕ ਇਕਜੁੱਟ ਔਰ ਇੱਕ ਸੋਚ ਦੇ ਲੋਕ ਇੱਕ ਪਾਸੇ ਖੜੇ ਹੋ ਗਏ, ਨਹੀਂ ਹੋਣਾ ਹੀ ਸੀ ਔਰ ਦੇਸ਼ ਦੇ ਲੋਕ ਦੇਖ ਰਹੇ ਨੇ। ਇਹ ਸਰਟੀਫਿਕੇਟ ਅਰਵਿੰਦ ਕੇਜਰੀਵਾਲ ਜੀ ਨੇ ਵੰਡੇ ਸੀ ਕਰਪਸ਼ਨ ਦੇ, ਜਿਹੜੇ ਲੋਕਾਂ ਨਾਲ ਜਾਏ ਗਏ ਨੇ। ਇਹ ਲੋਕਾਂ ਨੂੰ ਜਵਾਬ ਅਰਵਿੰਦ ਕੇਜਰੀਵਾਲ ਜੀ ਦੇਣ, ਕਿਆ ਹੁਣ ਇਹ ਬੇਈਮਾਨ ਤੋਂ ਇਮਾਨਦਾਰ ਹੋ ਗਏ ਨੇ ਜਾਂ ਤੁਸੀਂ ਇਮਾਨਦਾਰ ਤੋਂ ਬੇਈਮਾਨ ਹੋ ਗਏ? ਠੀਕ ਹੈ, ਧੰਨਵਾਦ ਸਿਰਸਾ ਸਾਹਿਬ ਸਾਡੇ ਨਾਲ ਜੁੜਨ ਲਈ, ਆਪਣੀ ਗੱਲ ਕਹਿਣ ਲਈ। ਮਨਜਿੰਦਰ ਸਿੰਘ ਸਿਰਸਾ ਬੀਜੇਪੀ ਦੇ ਸੀਨੀਅਰ ਆਗੂ, ਉਹਨਾਂ ਵੱਲੋਂ ਬੀਜੇਪੀ ਤੇ ਖਾਸ ਕਰਕੇ ਅਰਵਿੰਦ ਕੇਜਰੀਵਾਲ ਜਿਹੜੇ ਸੁਪਰੀਮੋ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਤੇ ਸਵਾਲ ਚੱਕੇ ਗਏ ਨੇ ਕਿ ਇਹ ਸਾਰਾ ਡਰਾਮਾ ਹੈ ਬੀਜੇਪੀ ਤੇ ਨਿਸ਼ਾਨੇ ਲਾ ਕੇ ਆਪਣੇ ਹਿੱਤ ਸਾਧਨ ਦਾ।
ਕਿ ਆਮ ਆਦਮੀ ਪਾਰਟੀ ਬੀਜੇਪੀ ਨੂੰ ਨਿਸ਼ਾਨਾ ਬਣਾ ਕੇ ਆਪਣੇ ਹਿੱਤ ਸਾਧਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਗੱਲ ਬੀਜੇਪੀ ਦੇ ਆਗੂ ਕਹਿ ਰਹੇ ਨੇ। ਉਧਰ ਅਕਾਲੀ ਦਲ ਨੇ ਆਪਣਾ ਪੱਖ ਰੱਖਿਆ ਹੈ। ਅਕਾਲੀ ਦਲ ਕਹਿ ਰਿਹਾ ਕਿ ਉਹ ਕਾਨੂੰਨ ਜਿਹੜਾ ਸਰਕਾਰ ਲੈ ਕੇ ਆਈ ਹੈ, ਖਾਸ ਕਰਕੇ ਗੁਰਦੁਆਰਾ ਸੋਧ ਬਿੱਲ, ਉਹ ਗਲਤ ਹੈ। ਪਰ ਸੈਸ਼ਨ ਨੂੰ ਲੈ ਕੇ ਜਿਸ ਤਰੀਕੇ ਦੇ ਸਵਾਲ ਚੱਕੇ ਨੇ ਉਹ ਗਵਰਨਰ ਪੰਜਾਬ ਨੇ ਦੇਖਣਾ ਹੈ ਕਿ ਉਸ ਦੇ ਵਿੱਚ ਕੀ ਹੈ। ਉਸ ਤੇ ਅਕਾਲੀ ਦਲ ਕੋਈ ਬਹੁਤ ਜ਼ਿਆਦਾ ਟਿੱਪਣੀ ਕਰਦਾ ਨਜ਼ਰ ਨਹੀਂ ਆ ਰਿਹਾ। ਸੋ ਇਸ ਦੇ ਨਾਲ ਵੱਖ-ਵੱਖ ਪਾਰਟੀਆਂ ਦੇ ਜਿਹੜੇ ਪ੍ਰਤੀਕਰਮ ਨੇ ਉਹ ਸਾਹਮਣੇ ਆ ਰਹੇ ਨੇ। ਪਰ ਜੋ ਇਸ ਵੇਲੇ ਦੀ ਸਭ ਤੋਂ ਇੰਪੋਰਟੈਂਟ, ਇਸ ਵੇਲੇ ਦੀ ਸਭ ਤੋਂ ਮਹੱਤਵਪੂਰਨ ਖਬਰ ਹੈ ਕਿ ਗਵਰਨਰ ਪੰਜਾਬ ਨੇ ਜਿਹੜੇ ਸਾਰੇ ਬਿੱਲ ਪਾਸ ਕੀਤੇ ਸੀ, ਸਰਕਾਰ ਨੇ ਇਸ ਸਪੈਸ਼ਲ ਸੈਸ਼ਨ ਦੇ ਵਿੱਚ ਉਹਨਾਂ ਬਿੱਲਾਂ ਨੂੰ ਫਿਲਹਾਲ ਮਨਜ਼ੂਰੀ ਦੇਣ ਤੋਂ ਰੋਕ ਲਿਆ ਹੈ। ਔਰ ਉਹਨਾਂ ਨੇ ਕਿਹਾ ਹੈ ਕਿ ਪਹਿਲਾਂ ਜਿਹੜਾ ਸੈਸ਼ਨ ਬੁਲਾਇਆ ਗਿਆ ਸੀ, ਮੈਂ ਉਸ ਦੀ ਜਿਹੜੀ ਕਾਨੂੰਨੀ ਵੈਧਤਾ ਹੈ ਉਹ ਚੈੱਕ ਕਰੂੰਗਾ, ਫਿਰ ਉਸ ਤੋਂ ਬਾਅਦ ਬਿੱਲਾਂ ਬਾਰੇ ਕੋਈ ਅਗਲੀ ਗੱਲ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ। ਕਿਉਂਕਿ ਉਹਨਾਂ ਨੇ ਸੈਸ਼ਨ ਦੀ ਕਾਨੂੰਨੀ ਵੈਧਤਾ ਤੇ ਸਵਾਲ ਚੱਕੇ ਨੇ, ਇਸ ਕਰਕੇ ਅੱਗੇ ਉਸ ਸੈਸ਼ਨ ਦੇ ਵਿੱਚ ਜੋ ਕੋਈ ਪ੍ਰਕਿਰਿਆ ਅੱਗੇ ਵਧਾਈ ਗਈ ਜਾਂ ਜੋ ਕੋਈ ਫੈਸਲੇ ਲਏ ਗਏ, ਉਸ ਤੇ ਸਵਾਲ ਆਪਣੇ ਆਪ ਉੱਠ ਜਾਂਦੇ ਨੇ।